लुधियाना दे नाल लगदे लाडोवाल च खेती करते हैं वड्डे कॉरपोरेट घराने। कई किसान भी दिंदे है इन्हां नूं अपनी फसल। ये फसल बाद च हुंदी है प्रोसैस ते महंगे भाव विकदियां है इन्हां दियां सॉसां ते जूस। कॉरपोरेट खेती नाल कंपनियां ने कमा लए करोड़ां अरबां, पर की किसान दा होया कोई फायदा? की पंजाब दे किसान दी बदली जिंदगी? कंपनियां नूं मिलदी है 24 घंटे बिजली, कई तरह दियां मिलदियां ने रियायतां ते वड्डियां लैंड होर्डिंग्स, फिर भी मुनाफे दे विच कंपनियां ते अज भी तरले दे विच है किसान। साडियां सरकारां ये वड्डे कारपोरेट घराने नूं लै के आ रहीआं आ, ਉਹ ਅਸਲ 'ਚ ਇੱਥੇ ਦੇ ਕਿਸਾਨ ਦਾ ਗਲ ਘੁੱਟਣ ਦੇ ਵਾਸਤੇ ਆ ਰਹੀ। ਗੱਲ ਤਾਂ ਇਹ ਆ ਗਈ ਕਿ ਤੁਸੀਂ ਸਾਡੀਆਂ ਸਰਕਾਰਾਂ ਜਿਹੜੀਆਂ ਅੱਜ ਕਹਿ ਰਹੀਆਂ ਵੀ ਅਸੀਂ ਤੁਹਾਨੂੰ ਇਦਾਂ ਅਸਲ ਜ਼ਿਮੀਂਦਾਰ ਨੂੰ ਫਾਇਦਾ ਹੋਊਗਾ, ਅਸੀਂ ਤਾਂ ਪਹਿਲਾਂ ਡੈਮੋ ਦੇਖ ਚੁੱਕੇ ਹਾਂ। ਜਿਹੜੇ ਸਾਨੂੰ ਸਮਝਾਉਣ ਡਏ ਆ ਬੀਜੇਪੀ ਦੇ ਲੀਡਰ ਵੀ ਇਹਦਾ ਫਾਇਦਾ ਹੋਊਗਾ, ਇੱਥੇ ਆ ਕੇ ਮੈਨੂੰ ਜਵਾਬ ਦੇ ਦੇਣ ਵੀ ਇਹਦਾ ਆਹ ਜਿਹੜਾ ਲੱਗਿਆ ਸੀ ਇਹ ਤਾਂ ਸਾਨੂੰ ਮੁਨਾਫਾ ਬੇਬੀ ਕੌਰਨ ਤਾਂ ਕਰ ਨਹੀਂ ਸਕਿਆ। ਕੰਪਨੀਆਂ ਨੂੰ ਦਿੱਤੀ ਗਈ ਹੈ ਫ੍ਰੀ ਬਿਜਲੀ, ਉਹ ਵੀ 24 ਘੰਟੇ, ਘੱਟ ਰਾਇਤਾਂ ਦੇ ਉੱਤੇ ਲੋਨ ਤੇ ਹੋਰ ਬਹੁਤ ਸਾਰੇ ਫਾਇਦੇ। ਇੱਥੋਂ ਤੱਕ ਕਿ ਹਜ਼ਾਰਾਂ ਏਕੜ ਜ਼ਮੀਨ, ਪਰ ਕਿਸਾਨ ਦੀ ਹਾਲਤ ਕੀ ਹੈ ਉਹ ਤੁਸੀਂ ਅੱਜ ਆਪ ਸੁਣੋਗੇ। ਇਹਦੇ ਵਿੱਚ ਅਸੀਂ ਘਾਟੇ 'ਚ ਜਾ ਕੇ 3-4 ਹਜ਼ਾਰ ਦਾ ਬਿੱਲ ਲੇਬਰ ਚੜ੍ਹ ਕੇ ਇਹ ਤੇ 24 ਘੰਟਿਆਂ ਜੇ ਅਸੀਂ ਨਹੀਂ ਪਹੁੰਚਾਉਂਦੇ ਸੀ ਤਾਂ ਸਾਡਾ ਮਾਲ ਮੋੜ ਦਿੱਤਾ ਜਾਂਦਾ। ਇਹਦੇ ਅਕੋਰਡਿੰਗਲੀ ਬਾਹਰ ਦੇਖ ਲਓ ਕਿ ਫਸਲ ਚਾਹੇ ਖੇਤ 'ਚ ਖੜੀ ਰਵੇ, ਸਰਕਾਰ ਨੂੰ ਨਹੀਂ ਲੋੜ, ਸਰਕਾਰ ਕਹਿੰਦੀ ਤੁਸੀਂ ਵਿੱਚੇ ਵਾਹ ਦਿਓ, ਅਸੀਂ ਤੁਹਾਡੇ ਪੈਸੇ ਆ ਕੇ ਲੈ ਜਾਓ। ਸਾਨੂੰ ਵੀ ਇੱਥੇ ਜਾਂ ਤਾਂ ਇਦਾਂ ਦਾ ਕੁਝ ਕਰ ਦਿੱਤਾ ਜਾਵੇ ਤੇ 24 ਘੰਟਿਆਂ ਬਾਅਦ ਗਰੰਟੀ ਹੈ ਨਹੀਂ। ਉਹ ਤਾਂ ਮੱਲੋ ਮੱਲੀ ਮੰਨ ਲਓ ਵੀ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਮੱਲੋ ਮੱਲੀ ਸਾਡੇ ਤੋਂ ਥੋਪਿਆ ਜਾ ਰਿਹਾ। ਇਸ ਕਰਕੇ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਅੱਜ ਲੜਾਈ ਦੇ ਮੈਦਾਨ ਵਿੱਚ ਲੜ ਰਿਹਾ ਹੈ। ਕਿਸਾਨਾਂ ਤੋਂ ਸੁਣੋ ਉਹਨਾਂ ਦੀ ਜ਼ੁਬਾਨੀ ਕਿ ਕੀ ਕਾਮਯਾਬ ਹੈ ਕਾਰਪੋਰੇਟ ਖੇਤੀ ਦਾ ਮਾਡਲ ਜਾਂ ਫਿਰ ਕਿਸਾਨ ਨੂੰ ਇਸ ਦਾ ਨਹੀਂ ਕੋਈ ਫਾਇਦਾ। ਇਹ ਆ ਕੇ ਦੇਖ ਲੈਣ ਜਿਹੜੇ ਸਾਨੂੰ ਕਹਿੰਦੇ ਬੀਜੇਪੀ ਵਾਲੇ ਲੀਡਰ ਸਾਡੇ ਪੰਜਾਬ ਦੇ ਵੀ ਕਹਿ ਰਹੇ ਆ ਵੀ ਕਿਸਾਨਾਂ ਲਈ ਫਾਇਦਾ, ਕਿਸਾਨਾਂ ਲਈ ਫਾਇਦਾ। ਇਹ ਆ ਕੇ ਇੱਥੇ ਦੇਖ ਲੈਣ ਵੀ ਆ ਇੱਕ ਡੈਮੋ ਅੱਜ ਤੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਸ਼ਾਇਦ ਜਦੋਂ ਲੱਗਾ ਇਹ, ਤੇ ਇੱਥੇ 350 ਏਕੜ ਦੇ ਕਰੀਬ ਰਕਬਾ ਇਹਨਾਂ ਨੇ ਇੱਥੇ ਰਿਕਵਾਇਰ ਕੀਤਾ ਆ। ਸਰਕਾਰ ਸਾਡੀ ਬਿਜਲੀ ਫ੍ਰੀ ਦੇ ਰਹੀ ਇਹਨਾਂ ਨੂੰ, ਪਾਣੀ ਫ੍ਰੀ, ਇੱਥੇ ਸਾਰਾ ਕੁਝ 24 ਘੰਟੇ ਦਿੱਤਾ ਆ, ਸਬਸਿਡੀਆਂ ਦੇ ਰਹੀ ਆ, ਤੇ ਇਹ ਕਾਮਯਾਬ ਨਹੀਂ ਹੋਇਆ। ਇਹਦਾ ਫਾਇਦਾ ਕਿਸਾਨ ਨੂੰ ਤਾਂ ਹੋਇਆ ਹੀ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ ਤੇ ਅਸੀਂ ਹਾਂ ਲਾਡੋਵਾਲ ਦੇ ਵਿੱਚ। ਅੱਜ ਚੀਰਫਾੜ ਕਰਾਂਗੇ ਪੰਜਾਬ ਦੇ ਵਿੱਚ ਹੁੰਦੀ ਕਾਰਪੋਰੇਟ ਖੇਤੀ ਦਾ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨ ਨੂੰ ਕਾਰਪੋਰੇਟ ਖੇਤੀ ਦੇ ਵੱਲ ਲਿਜਾਣ ਦੀ ਇੱਛੁਕ ਹੈ। ਕੇਂਦਰ ਦੇ ਮੰਤਰੀ ਕਹਿੰਦੇ ਨੇ ਕਿ ਇਸ ਦੇ ਨਾਲ ਰਵਾਇਤੀ ਖੇਤੀ ਤੋਂ ਛੁਟਕਾਰਾ ਮਿਲੇਗਾ ਅਤੇ ਖੇਤੀ ਵਿਭਿੰਨਤਾ ਦੇ ਵੱਲ ਕਿਸਾਨ ਆਏਗਾ। ਕਾਰਪੋਰੇਟ ਖੇਤੀ ਇਸ ਦਾ ਇੱਕ ਬਦਲ ਹੈ ਅਤੇ ਨਵੇਂ ਕਾਨੂੰਨ ਕਾਰਪੋਰੇਟ ਖੇਤੀ ਨੂੰ ਵਧਾਵਾ ਦੇਣਗੇ। ਇਸ ਲਈ ਅਸੀਂ ਕਾਰਪੋਰੇਟ ਖੇਤੀ ਨੂੰ ਜ਼ਮੀਨੀ ਪੱਧਰ ਤੇ ਖੋਜਣ ਲਈ ਨਿਕਲ ਪਏ ਅਤੇ ਅਸੀਂ ਪਹੁੰਚੇ ਲੁਧਿਆਣਾ ਦੇ ਨਾਲ ਲੱਗਦੇ ਲਾਡੋਵਾਲ, ਜਿੱਥੇ ਮੈਗਾ ਫੂਡ ਪਾਰਕ ਹੈ ਅਤੇ ਇਸ ਦੇ ਆਸੇ-ਪਾਸੇ ਖੇਤੀ ਨਾਲ ਸੰਬੰਧਿਤ ਕਈ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ। ਜੋ ਦੇਖਿਆ ਉਹ ਇਸ ਰਿਪੋਰਟ ਦੇ ਵਿੱਚ ਪਰਤ ਦਰ ਪਰਤ ਤੁਹਾਨੂੰ ਦਿਖਾਵਾਂਗੇ। ਮੇਰੀ ਯਾਨੀ ਕਿ ਸਿਮਰਨਜੋਤ ਸਿੰਘ ਮੱਕੜ ਦੀ ਖਾਸ ਰਿਪੋर्ट। ਮੇਰੇ ਪਿੱਛੇ ਜੋ ਜ਼ਮੀਨ ਹੈ ਇਹ ਦੇਸ਼ ਦੀ ਇੱਕ ਵੱਡੀ ਕੰਪਨੀ ਦੇ ਵੱਲੋਂ ਪੰਜਾਬ ਦੇ ਵਿੱਚ ਲਈ ਗਈ ਜ਼ਮੀਨ ਹੈ। ਤਕਰੀਬਨ 350 ਏਕੜ ਮੇਰੇ ਪਿੱਛੇ ਜੋ ਜ਼ਮੀਨ ਹੈ ਇਹ ਖੇਤੀ ਵੀ ਕੀਤੀ ਜਾਂਦੀ ਹੈ ਇੱਥੇ, ਔਰ ਬਹੁਤ ਸਾਰੇ ਕਿਸਾਨਾਂ ਨੂੰ ਆਪ ਬੀਜ ਦਿੱਤਾ ਜਾਂਦਾ ਹੈ ਇਸ ਕੰਪਨੀ ਦੇ ਵੱਲੋਂ। ਕਿਸਾਨ ਬੇਬੀ ਕੌਰਨ ਤੋਂ ਇਲਾਵਾ ਟਮਾਟਰ ਔਰ ਹੋਰ ਬਾਕੀ ਚੀਜ਼ਾਂ ਦੀ ਫਸਲਾਂ ਜਿਹੜੀਆਂ ਉਹ ਇੱਥੇ ਦੇ ਕੇ ਜਾਂਦੇ ਹੈ। ਕਮਾਲ ਦੀ ਗੱਲ ਹੈ ਕਿ ਬੀ ਇਹ ਕੰਪਨੀ ਦਿੰਦੀ ਹੈ, ਜੇ ਫਸਲ ਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਨੁਕਸਾਨ ਕਿਸਾਨ ਦਾ ਹੈ, ਕਿਸਾਨ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਅੰਦਰ ਹੁਣ ਤੱਕ ਕਾਰਪੋਰੇਟ ਖੇਤੀ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਦਾ ਫਾਇਦਾ ਕੰਪਨੀਆਂ ਨੂੰ ਤਾਂ ਹੋਇਆ ਹੋ ਸਕਦਾ ਹੈ, ਪਰ ਕਿਸਾਨ ਨੂੰ ਕਾਰਪੋਰੇਟ ਖੇਤੀ ਤੋਂ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਕੰਪਨੀਆਂ ਕਿਸਾਨਾਂ ਨੂੰ ਬੀਜ ਦੇ ਕੇ ਆਪਣੇ ਮਤਲਬ ਦੀ ਫਸਲ ਤਿਆਰ ਕਰਨ ਨੂੰ ਕਹਿੰਦੀਆਂ ਨੇ। ਸ਼ੁਰੂ ਦੇ ਵਿੱਚ ਮੁੱਲ ਵੀ ਵਧੀਆ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹ ਮੁੱਲ ਘਟਾਉਣ ਲੱਗਦੀਆਂ। ਭਾਜੀ ਸਤਿ ਸ੍ਰੀ ਅਕਾਲ। ਆ ਭਾਜੀ ਬੇਬੀ ਕਾਰਨ ਵਾਲੀ ਉੱਪਰਲੀ ਲਿਸਟ ਆ, ਜਿਹਦੇ ਵਿੱਚ ਲਿਖਿਆ ਬੇਬੀ ਕਾਰਨ, ਬਾਕੀ ਗ੍ਰੀਨ ਚਿੱਲੀ ਜਾਂ ਹੋਰ ਆ ਲਿਸਟਾਂ ਇਹ ਥੱਲੇ ਆ।
ਬੇਬੀ ਕਾਰਨ ਦੀ ਜਦੋਂ 7% ਐਵਰੇਜ ਲੱਗਦੀ ਹੈ ਉਹਦਾ ਰੇਟ ਲਿਖਿਆ ਨਾਲ ਕਿੰਨਾ ਆ, 8% ਲੱਗਦੀ ਕਿੰਨਾ ਰੇਟ ਹੈ, 9%। ਆਪਣੀ ਐਵਰੇਜ ਇਹ ਵੱਧ ਤੋਂ ਵੱਧ 11% ਲਾਉਂਦੇ ਆ। 9.25 ਆਪਾਂ ਨੂੰ ਰੇਟ ਮਿਲਦਾ ਵੱਧ ਤੋਂ ਵੱਧ। ਜਦੋਂ ਫਿਰ ਐਂਡ ਦੀਆਂ ਤੜਾਈਆਂ ਰਹਿ ਜਾਂਦੀਆਂ ਆ, ਆਪਣੀ ਐਵਰੇਜ 7 ਤੇ ਆ ਜਾਂਦੀ, 7 ਰੁਪਈਏ ਆਪਾਂ ਨੂੰ ਰੇਟ, 8 ਰੁਪਈਏ ਰੇਟ ਮਿਲਦਾ ਇਹਦਾ। ਅਤੇ ਜਦੋਂ ਪਹਿਲਾਂ ਰੇਟ ਮਿਲਣਾ ਤਾਂ ਉਹਦਾ 9 ਰੁਪਈਏ ਮਿਲਣਾ। ਜਿਹੜੀ ਆਪਾਂ ਹੁਣ ਸਿਆਲਾਂ ਵਾਲੀ ਬੀਜੋ, ਜਿਹੜੀ ਹੁਣ ਟੁੱਟਣੀ ਆ, ਉਹਦੀ ਐਵਰੇਜ ਨਹੀਂ ਲਾਣੀ ਆ 13, 12, 11। ਉਹ ਆਪਣਾ ਰੇਟ ਲੱਗਣਾ 9 ਰੁਪਈਏ 5 ਪੈਸੇ ਜਾਂ 10 ਰੁਪਈਏ। 9 ਰੁਪਈਏ 5 ਤੋਂ ਵੱਧ ਨਹੀਂ ਲੱਗਣਾ ਭਾਅ ਜੀ ਰੇਟ। ਉਹ ਤੁਹਾਨੂੰ ਝੂਠ ਬੋਲਦੇ ਆ। 18 ਰੁਪਈਏ ਕੋਈ ਰੇਟ ਨਹੀਂ ਬੇਬੀ ਕਾਰਨ ਦਾ, ਨਾ ਅੱਜ ਤੱਕ ਹੋਇਆ ਨਾ ਹੋਣਾ ਆ। ਅਸੀਂ ਪਹਿਲਾਂ ਤੋਂ ਬੀਜਦੇ ਹਾਂ। ਐਸਾ ਇੱਕ ਨਹੀਂ, ਕਈ ਕੰਪਨੀਆਂ ਨੇ ਕੀਤਾ। ਇੰਨਾ ਹੀ ਨਹੀਂ, ਕਾਰਪੋਰੇਟ ਖੇਤੀ 'ਚੋਂ ਕੰਪਨੀਆਂ ਵੀ ਭੱਜਦੀਆਂ ਨਜ਼ਰ ਆਈਆਂ। ਕੁਝ ਮਿਸਾਲਾਂ ਅਸੀਂ ਪੇਸ਼ ਕਰ ਸਕਦੇ ਹਾਂ। ਮਿਸਾਲ ਦੇ ਤੌਰ ਤੇ ਲੁਧਿਆਣਾ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਕਿਸਾਨ ਬੇਬੀ ਕੌਰਨ ਬੀਜ ਕੇ ਦਿੰਦੇ ਨੇ। ਸ਼ੁਰੂ ਦੇ ਵਿੱਚ ਕਿਸਾਨਾਂ ਨੂੰ ਇਸ ਦਾ ਵਧੀਆ ਮੁੱਲ ਮਿਲਿਆ, ਪਰ ਹੁਣ ਕਈ ਸਾਲਾਂ ਬਾਅਦ ਕਿਸਾਨ ਪਰੇਸ਼ਾਨ ਨੇ। ਇੱਕ ਕਿਸਾਨ ਨਾਲ ਅਸੀਂ ਵੱਡੀ ਕੰਪਨੀ ਜਿਸ ਨਾਲ ਉਹ ਕੰਟਰੈਕਟ ਖੇਤੀ ਕਰਦਾ ਹੈ, ਬਿਨਾਂ ਉਸ ਦੀ ਪਹਿਚਾਣ ਸਾਂਝੇ ਕੀਤੇ ਗੱਲਬਾਤ ਕੀਤੀ, ਤੇ ਤੁਸੀਂ ਵੀ ਸੁਣੋ ਉਸਨੇ ਕੀ ਕਿਹਾ। ਸਾਡੇ ਨਾਲ ਇੱਕ ਫਾਰਮਰ ਫੋਨ ਤੇ ਜੁੜੇ ਨੇ। ਅਸੀਂ ਉਹਨਾਂ ਦੀ ਆਇਡੈਂਟੀਟੀ ਨਹੀਂ ਸ਼ੋਅ ਕਰਨਾ ਚਾਹੁੰਦੇ, ਨਾ ਹੀ ਕਰ ਸਕਦੇ ਹਾਂ, ਕਿਉਂਕਿ ਇਸ ਕੰਪਨੀ ਦੇ ਨਾਲ ਉਹ ਐਸੋਸੀਏਟਡ ਰਹੇ ਜਿਸ ਕੰਪਨੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਇੱਕ ਵੱਡੀ ਕੰਪਨੀ ਹੈ ਜੋ ਇੱਥੋਂ ਕਾਰਪੋਰੇਟ ਫਾਰਮਿੰਗ ਕਰਾਉਂਦੀ ਹੈ, ਅਤੇ ਫਿਰ ਬਾਅਦ ਦੇ ਵਿੱਚ ਪ੍ਰੋਸੈਸਿੰਗ ਯੂਨਿਟ ਹੈ, ਔਰ ਕੰਪਨੀ ਪੂਰੇ ਦੇਸ਼ ਦੇ ਵਿੱਚ ਕੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਪਣਾ ਮਾਲ ਜਿਹੜਾ ਉਹ ਦਿੰਦੀ ਹੈ। ਪਿੱਛੇ ਟਰੱਕ ਜਾ ਰਿਹਾ, ਇਸੇ ਕੰਪਨੀ ਦਾ ਹੀ ਟਰੱਕ ਹੈ, ਇਹ ਮਾਲ ਲੈ ਕੇ ਜਾ ਰਿਹਾ। ਪਰ ਮੈਂ ਚਾਹੁੰਦਾ ਕਿ ਇਹ ਫਾਰਮਰ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹ ਅਸੀਂ ਇੱਥੇ ਖੜੇ ਸੀਗੇ, ਤੇ ਸਾਨੂੰ ਥੋੜਾ ਜਿਹਾ ਦੱਸੋ ਵੀ ਤੁਸੀਂ ਕਦੋਂ ਇਹਨਾਂ ਦੇ ਨਾਲ ਐਸੋਸੀਏਟ ਹੋਏ ਸੀ, ਕੀ ਤੁਸੀਂ ਇਹਨਾਂ ਨੂੰ ਬੀਜਦੇ ਰਹੇ ਹੋ? 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਜੀ ਅਸੀਂ ਇਹਨਾਂ ਨੂੰ। ਅੱਛਾ ਜੀ। 2 ਸਾਲ ਮੈਂ ਬੀਜਿਆ, ਫਿਰ ਉਸ ਤੋਂ ਬਾਅਦ ਉਦੋਂ ਪਹਿਲਾਂ ਕੀ ਤੁਸੀਂ ਉਦੋਂ ਪਹਿਲਾਂ ਕਣਕ ਝੋਨੇ ਤੇ ਹੀ ਜਿਹੜੀ ਰਵਾਇਤੀ ਆਪਾਂ ਉਹੀ ਬੀਜਦੇ ਸੀਗੇ? ਹਾਂਜੀ, ਮੈਂ ਜ਼ਿਆਦਾ ਪਪੂਲਰ ਦੀ ਖੇਤੀ ਕਰਦਾ, ਪਪੂਲਰ ਦੇ ਵਿੱਚ ਇਹ ਲਾਏ ਸੀ। ਅੱਛਾ ਜੀ। ਕੀ ਇਹਨਾਂ ਵਾਸਤੇ ਕੀ ਬੀਜਦੇ ਸੀ ਤੁਸੀਂ? ਬੇਬੀ ਕਾਰਨ ਜੀ। ਬੇਬੀ ਕਾਰਨ। ਹਾਂਜੀ। ਤੇ ਥੋੜਾ ਦੱਸੋ ਇਹਨਾਂ ਦਾ ਕੀ ਪ੍ਰੋਸੀਜਰ ਸੀਗਾ, ਕਿਵੇਂ ਤੁਸੀਂ ਇਹਨਾਂ ਨਾਲ ਐਸੋਸੀਏਟ ਹੋਏ, ਰਜਿਸਟਰ ਹੋਏ, ਫਿਰ ਤੁਹਾਨੂੰ ਫਾਇਦਾ ਨੁਕਸਾਨ ਕੀ ਹੋਇਆ? ਇਹਨਾਂ ਦਾ ਏਜੰਟ ਆਇਆ ਸੀ ਇੱਕ, ਉਹਨਾਂ ਨੇ ਦੱਸਿਆ ਕਿ ਅਸੀਂ ਤੁਹਾਨੂੰ ਬੀਜ ਦੇਵਾਂਗੇ ਤੇ ਬਾਅਦ ਦੇ ਵਿੱਚ ਤੁਹਾਡੇ ਕੋਲ ਖਰੀਦਾਂਗੇ ਜੋ ਬੇਬੀ ਕਾਰਨ। ਫਿਰ ਉਹਨੇ ਸਾਨੂੰ ਬੀਜ ਦੇ ਕੇ ਗਾਈਡ ਕੀਤਾ ਕਿ ਏਦਾਂ ਬੀਜੋ, ਫਿਰ ਬੀਜਿਆ। ਉਸ ਤੋਂ ਬਾਅਦ ਫਿਰ ਅਸੀਂ ਉਹਨੂੰ ਵਧਾ ਕੇ ਤਾਂ ਇੱਥੇ ਫਲੋਰ ਲੈ ਕੇ ਆਉਂਦੇ ਸੀ। ਅੱਛਾ ਜੀ। ਤੇ ਉਹ ਇੱਥੇ ਆ ਕੇ ਫਿਰ ਕੋਈ ਫਿਕਸ ਰੇਟ ਨਹੀਂ ਸੀ, ਆਪਣੀ ਮਰਜ਼ੀ ਦੇ ਨਾਲ ਹੀ ਲਾਉਂਦੇ ਸੀ, ਦੇਖ ਕੇ ਉਹਦੀ ਕੁਆਲਿਟੀ ਦੇਖ ਕੇ ਕਿੱਦਾਂ ਦੀ ਕੁਆਲਿਟੀ। ਬੀ ਇਹ ਦਿੰਦੇ ਸੀ ਤੁਹਾਨੂੰ? ਹਾਂ, ਬੀ ਦਿੰਦੇ ਸੀ, ਪਰ ਉਹਦੇ ਚਾਰਜ ਕਰਦੇ ਸੀ ਸਾਰੇ। ਉਹਦਾ ਕੋਈ ਆਈਡੀਆ ਕਿੱਲੇ ਮਗਰ ਕਿੰਨਾ ਬੀ ਪੈ ਜਾਂਦਾ ਸੀ, ਤੇ ਉਹਦੇ ਕਿੰਨੇ ਪੈਸੇ ਸੀ? ਮੇਰੇ ਖਿਆਲ 3-4 ਹਜ਼ਾਰ ਦਾ ਬੀ ਸੀ ਕਿੱਲੇ ਮਗਰ? ਹਾਂਜੀ। ਕਾਫੀ ਐਕਸਪੈਂਸਿਵ, ਮਤਲਬ ਕਾਫੀ ਮਹਿੰਗਾ ਬੀ ਪੈਂਦਾ ਸੀ। ਹਾਂਜੀ। ਤੇ ਫਿਰ ਇਹ ਜਿਹੜੀ ਮੰਨ ਲਓ ਪ੍ਰੋਡਕਸ਼ਨ ਹੁੰਦੀ ਸੀ, ਕਿੱਲੇ ਮਗਰ ਝਾੜ ਕਿੰਨਾ ਉਹਦਾ ਨਿਕਲ ਜਾਂਦਾ ਸੀ ਜੀ? ਝਾੜ ਕੋਈ 35-40 ਕੁਇੰਟਲ। ਤੇ ਰੇਟ ਕੀ ਦਿੰਦੇ ਸੀਗੇ ਜੀ ਇਹ? ਉਹ ਕੁਆਲਿਟੀ ਤੇ ਸੀਗਾ, ਕੋਈ 1500 ਤੋਂ ਲੈ ਕੇ 2200 ਤੱਕ ਕੁਇੰਟਲ। ਅੱਛਾ, ਉਹ ਜਿਹੜਾ ਤੁਸੀਂ ਮੰਨ ਲਓ ਲਿਆਉਂਦੇ ਸੀਗੇ ਤੇ ਉਹਦੇ ਚੋਂ ਲੈ ਕੇ ਆਉਂਦੇ ਸੀ, ਫਿਰ ਉਹਦੀ ਕੁਆਲਿਟੀ ਚੈੱਕ ਕਰਦੇ ਸੀ, ਉਸ ਹਿਸਾਬ ਨਾਲ ਰੇਟ ਲਾਇਆ, ਕੋਈ ਫਿਕਸ ਰੇਟ ਨਹੀਂ। ਕਦੇ ਇਹ ਵੀ ਹੋਇਆ ਵੀ ਤੁਹਾਨੂੰ ਵਾਪਸ ਵੀ ਕਰਤਾ ਹੋਵੇ ਇਹਨਾਂ ਨੇ, ਮੋੜਤਾ ਹੋਵੇ? ਹਾਂ, ਇੱਕ ਵਾਰ ਹੋਇਆ ਸੀ, ਉਹ ਵੀ ਜਿੱਦਾਂ ਗੱਡੀ ਖਰਾਬ ਹੋ ਗਈ ਸੀ ਸਾਡੀ, ਜਿਹੜੀ ਲੈ ਕੇ ਜਾਣੀ, ਉਹ ਨੈਕਸਟ ਡੇ ਲੈ ਕੇ ਜਾਈਦਾ ਵਾਪਸ ਭੇਜ। ਇਹਦਾ ਟਾਈਮ ਪੀਰੀਅਡ ਵੀ ਦਿੰਦੇ ਸੀ ਵੀ ਇੰਨੇ ਦਿਨਾਂ 'ਚ ਸਾਨੂੰ ਦੇਣਾ ਤੁਸੀਂ? ਹਾਂਜੀ, ਉਹ 24 ਘੰਟੇ ਦੇ ਅੰਦਰ ਤੋਂ 24 ਘੰਟੇ ਦੇ ਅੰਦਰ ਲੈ ਕੇ ਆਵਾਂਗੇ। ਜੇ ਨਹੀਂ ਪਹੁੰਚਾ ਸਕੇ ਤਾਂ ਫਿਰ ਇਹ ਵਾਪਸ ਕਰ ਦਿੰਦੇ ਸੀ? ਹਾਂਜੀ। ਫਿਰ ਤੁਸੀਂ ਬੰਦ ਕਿਉਂ ਕੀਤੀ ਜੀ ਇਹ ਖੇਤੀ? ਮੈਂ ਤਾਂ ਫਿਰ ਵਧੀਆ ਨਹੀਂ ਲੱਗਾ, ਜੋ ਜਿੰਨੀ ਦੱਸਦੇ ਸੀਗੇ ਉਹਨਾਂ ਰੇਟ ਨਹੀਂ ਸਾਨੂੰ ਮਿਲਿਆ, ਤੇ ਉਹ ਖਰਚਾ ਵੀ ਪੂਰਾ ਹੁੰਦਾ ਸੀ, ਇਸ ਕਰਕੇ ਬੰਦ ਕਰ ਦਿੱਤਾ। ਤਾਂ ਤੁਹਾਨੂੰ ਫਾਇਦਾ ਨਹੀਂ ਹੋਇਆ ਇਹਦਾ? ਨਹੀਂ। ਤੇ ਇਹ ਮਤਲਬ ਖਰਚਾ ਤੁਹਾਡਾ ਨਹੀਂ ਪੂਰਾ ਹੋਇਆ ਤੇ ਤਾਂ ਤੁਸੀਂ ਬੰਦ ਕੀਤੀ ਇਹ? ਹਾਂਜੀ।
ਠੀਕ ਹੈ ਜੀ ਹਾਂਜੀ ਬੈਸਟ ਪ੍ਰਾਈਸ ਦੇ ਵਿੱਚ ਜਾਂਦੇ ਆ ਨਾ 4 ਪੀਸ ਇਹਨਾਂ ਦੇ 250 ਰੁਪਏ ਚ ਵੇਚਦੇ ਆ ਤੇ ਸਾਡੇ ਕੋਲ 1800 ਨੂੰ ਕੁਆਂਟਲ 1800 ਨੂੰ ਕੁਆਂਟਲ ਲੈਂਦੇ ਸੀ। ਹਾਂਜੀ ਇਹ ਫਿਰ ਉਸ ਤੋਂ ਬਾਅਦ ਇੱਥੋਂ ਕਿਤੇ ਗਾਂਹ ਭੇਜਦੇ ਆ ਪ੍ਰੋਸੈਸਿੰਗ ਵਾਸਤੇ? ਇੱਥੇ ਸਟੋਰੇਜ ਹੈ ਇਕੱਲੀ ਲਾਡੋਵਾਲ 'ਚ? ਹਾਂਜੀ ਇੱਥੋਂ ਮੇਰੇ ਖਿਆਲ ਪੈਕਿੰਗ ਕਰਦੇ ਆ ਇੱਥੋਂ ਉਹਦੇ ਵਿੱਚੋਂ ਨਾ ਜਿੱਦਾਂ ਬੋਲ ਨੂੰ ਉਹਨੂੰ ਕੱਢ ਕੇ ਛੱਲੀਆਂ ਨੂੰ ਵਿੱਚੋਂ ਕੱਢ ਕੇ ਉਹ ਪੈਕ ਕਰਕੇ ਫਿਰ ਸਟੋਰਾਂ ਤੇ ਸਪਲਾਈ ਕਰਦੇ ਫਿਰ ਸਟੋਰਾਂ ਤੇ ਸਪਲਾਈ ਕਰਦੇ ਆ। ਤਾਂ ਉਹ ਸਾਈਜ਼ ਦਾ ਵੀ ਹੁੰਦਾ ਜੀ? ਸਾਈਜ਼ ਇੰਨਾ ਸਾਈਜ਼ ਮਿਨੀਮਮ ਲੈਂਦੇ ਆ? ਹਾਂਜੀ ਸਾਈਜ਼ ਦਾ ਵੀ ਫਰਕ ਤੇ ਕਲਰ ਵਗੈਰਾ ਦਾ ਵੀ ਰੱਖਦੇ ਆ ਜੀ ਵੀ ਇਹ ਇਸ ਤਰ੍ਹਾਂ ਦਾ ਕਲਰ ਹੋਊਗਾ ਤਾਂ ਲਵਾਂਗੇ? ਨਹੀਂ ਇਹਨਾਂ ਦਾ ਉਹ ਜਿਹੜੇ ਛੱਲੀ ਚ ਵਾਲ ਹੁੰਦੇ ਆ ਨਾ ਉਹਦਾ ਇਹ ਕਲਰ ਦੇਖਦੇ ਆ ਵੀ ਬਲੈਕ ਨਾ ਹੋਵੇ, ਬਲੈਕ ਹੋਣ ਤੋਂ ਪਹਿਲਾਂ ਇਹਨਾਂ ਕੋਲ ਲੈ ਕੇ ਆਉਣਾ ਪੈਂਦਾ ਤੋੜ ਕੇ। ਤਾਂ ਤੁਹਾਡੇ ਹਿਸਾਬ ਨਾਲ ਕਿਸਾਨ ਵਾਸਤੇ ਇਹ ਮਾਡਲ ਕਾਮਯਾਬ ਨਹੀਂ ਹੋਇਆ? ਮਾਡਲ ਨਹੀਂ, ਮਿਹਨਤ ਜ਼ਿਆਦਾ ਹੈ, ਪ੍ਰਾਈਸ ਪੂਰੀ ਨਹੀਂ ਮਿਲਦੀ ਜਿਸ ਹਿਸਾਬ ਨਾਲ ਮਿਹਨਤ ਹੈ। ਪ੍ਰਾਈਸ ਨਹੀਂ ਮਿਲਦਾ ਜੀ। ਔਰ ਇਹਨਾਂ ਨੂੰ ਕੰਪਨੀ ਨੂੰ ਬੈਨੀਫਿਟ ਹੋਊਗਾ ਇਹਦਾ? ਕੰਪਨੀ ਨੂੰ ਤਾਂ ਆਲਰੇਡੀ 4 ਪੀਸ 250 ਰੁਪਏ ਦੇ ਵੇਚਦੇ ਆ 16 14 1500 ਕੁਇੰਟਲ। ਬਿਲਕੁਲ ਠੀਕ ਕਹਿ ਰਹੇ ਹੋ। ਬਹੁਤ ਧੰਨਵਾਦ ਬਾਈ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਸ਼ੁਕਰੀਆ ਜੀ। ਓਕੇ ਸੁਣਿਆ ਤੁਸੀਂ, ਕਿਸਾਨ ਕਹਿ ਰਿਹਾ ਹੈ ਕਿ ਕਾਰਪੋਰੇਟ ਖੇਤੀ ਬੰਦ ਕਰਤੀ ਕਿਉਂਕਿ ਮੁਨਾਫਾ ਹੀ ਨਹੀਂ ਸੀ। ਹਾਂ, ਕੰਪਨੀ ਨੂੰ ਇਸ ਦਾ ਮੁਨਾਫਾ ਜ਼ਰੂਰ ਹੋਇਆ ਹੋਣਾ ਹੈ। ਉਹ ਕਿਵੇਂ, ਇਹ ਵੀ ਦੱਸਦੇ ਹਾਂ। ਕਿਸਾਨ ਨੂੰ ਬੇਬੀ ਕੌਰਨ ਬੀਜਣ ਦੇ ਲਈ ਬੀਜ ਕੰਪਨੀ ਤੋਂ ਲੈਣਾ ਪੈਂਦਾ ਹੈ। ਬੀਜ ਦਾ ਮੁੱਲ ਬਾਜ਼ਾਰ ਨਾਲੋਂ ਕਿਤੇ ਵੱਧ ਹੁੰਦਾ ਹੈ। ਇਸ ਕਿਸਾਨ ਮੁਤਾਬਕ 3 ਤੋਂ 4000 ਰੁਪਏ ਕਿਲੋ ਤੱਕ ਵੀ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਕਿਸਾਨ ਫਸਲ ਕੰਪਨੀ ਨੂੰ ਦਿੰਦਾ ਹੈ ਕੁਆਲਿਟੀ, ਰੰਗ, ਸਾਈਜ਼ ਅਤੇ ਭਾਰ ਦੇ ਹਿਸਾਬ ਤੇ। ਜੇਕਰ ਫਸਲ ਕੰਪਨੀ ਦੇ ਹਿਸਾਬ ਤੇ ਨਹੀਂ ਤਾਂ ਫਸਲ ਵਾਪਸ। ਫਸਲ ਕਟਾਈ ਦੇ 24 ਘੰਟੇ ਅੰਦਰ ਸਾਈਲੋ ਤੱਕ ਪਹੁੰਚਣੀ ਜ਼ਰੂਰੀ ਹੁੰਦੀ ਹੈ। ਲੇਟ ਹੋਣ ਜਾਂ ਕੰਪਨੀ ਦੇ ਮਾਪਦੰਡਾਂ ਮੁਤਾਬਕ ਨਾ ਹੋਣ ਤੇ ਫਸਲ ਵਾਪਸ ਕਰ ਦਿੱਤੀ ਜਾਂਦੀ ਹੈ। ਪੂਰੀ ਫਸਲ ਤਬਾਹ ਹੋਣ ਜਾਂ ਨਾ ਹੋਣ ਤੇ ਨੁਕਸਾਨ ਕਿਸਾਨ ਦਾ ਹੁੰਦਾ ਹੈ। ਜ਼ਿਆਦਾਤਰ ਕਿਸਾਨਾਂ ਕੋਲ ਕੋਈ ਕ੍ਰੌਪ ਇੰਸ਼ੋਰੈਂਸ ਨਹੀਂ ਹੁੰਦਾ। ਹੁਣ ਗੱਲ ਰੇਟ ਦੀ ਕਰਦੇ ਹਾਂ। ਮੱਕੀ ਦੀ MSP ਲਗਭਗ 1740 ਰੁਪਏ ਤੈਅ ਕੀਤੀ ਗਈ ਹੈ। ਕੰਟਰੈਕਟ ਖੇਤੀ ਦੇ ਵਿੱਚ ਕੰਪਨੀ 1500 ਤੋਂ 2200 ਰੁਪਏ ਪ੍ਰਤੀ ਕੁਇੰਟਲ ਰੇਟ ਦਿੰਦੀ ਹੈ, ਪਰ ਉਸ ਫਸਲ ਦਾ ਜੋ ਉਹਨਾਂ ਦੇ ਮੁਤਾਬਕ ਉਹਨਾਂ ਦੇ ਮਾਪਦੰਡਾਂ ਤੇ ਹੈ। ਬਾਕੀ ਫਸਲ ਕਿਸਾਨ ਨੂੰ ਜਾਂ ਤਾਂ ਸੁੱਟਣੀ ਪੈਂਦੀ ਹੈ ਜਾਂ ਪਸ਼ੂਆਂ ਨੂੰ ਪਾਉਣੀ ਪੈਂਦੀ ਹੈ। ਕੰਪਨੀ ਬੇਬੀ ਕੌਰਨ ਦੀ ਛਾਂਟੀ ਕਰਕੇ ਪ੍ਰੋਸੈਸਿੰਗ ਕਰਦੀ ਹੈ ਤੇ ਫਿਰ ਉਸ ਦੀ ਪੈਕੇਜਿੰਗ ਕਰਕੇ ਮਾਰਕੀਟ ਦੇ ਵਿੱਚ ਉਸ ਨੂੰ ਵੇਚਦੀ ਹੈ। ਮਾਲ ਜਾਂ ਸਟੋਰ ਤੇ ਬੇਬੀ ਕੌਰਨ ਦੇ 4 ਪੀਸ ਦਾ ਰੇਟ 200 ਰੁਪਏ ਤੱਕ ਹੈ। ਤਾਂ ਹੁਣ ਤੁਸੀਂ ਆਪ ਹੀ ਸੋਚੋ ਕਿ ਕੰਪਨੀ ਨੂੰ ਇਸ ਦਾ ਕਿੰਨਾ ਮੁਨਾਫਾ ਹੋਇਆ, ਪਰ ਕਿਸਾਨ ਉੱਥੇ ਦਾ ਉੱਥੇ, ਜਿਵੇਂ ਕਹਿੰਦੇ ਆ ਪਰਨਾਲਾ ਉੱਥੇ ਦਾ ਉੱਥੇ। ਦੇਖੋ ਮੇਰਾ ਤੁਸੀਂ ਹੁਣੇ ਗੱਲ ਕਰਕੇ ਹਟਿਓ, ਮੇਰਾ ਖੁਦ ਦਾ ਹੀ ਚਾਚਾ ਜੀ ਦਾ ਬੇਟਾ ਸੀ ਜਿਹਨੇ ਇਹ ਖੇਤੀ ਕੀਤੀ ਆ। ਤੇ ਇਹਦੇ ਤੇ ਜਿੱਦਾਂ ਉਹਨੇ ਦੱਸਿਆ ਤੁਹਾਨੂੰ ਵੀ ਖੇਤੀ ਆਪਾਂ ਕਰਦੇ ਆ, ਆਪਣੇ ਕੋਲੋਂ ਬੀਜ ਦਿੰਦੇ ਸੀ। ਇੱਕ ਡੈਮੋ ਲਾ ਲਓ ਵੀ ਜਿੱਦਾਂ ਅੱਜ ਸਰਕਾਰ ਕਹਿ ਰਹੀ ਆ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਆਪਾਂ ਆ ਕੇ ਫੈਕਟਰੀਆਂ ਲੱਗਣਗੀਆਂ, ਕੰਮ ਹੋਊਗਾ, ਇਹ ਫਸਲ ਤੁਹਾਡੀ ਖਰੀਦੀ ਜਾਊਗੀ। ਹੁਣ ਅਸੀਂ ਇਹ ਕਰਕੇ ਖੁਦ ਦੇਖ ਚੁੱਕੇ ਹਾਂ, ਜਿਹਦੇ ਤੇ ਅੱਜ ਤੋਂ 3 ਸਾਲ ਪਹਿਲਾਂ ਕਿ ਜਿੱਦਾਂ ਦੱਸਿਆ ਤੁਹਾਨੂੰ ਵੀ ਇਹਨਾਂ ਨੇ ਆ ਕੇ ਸਾਨੂੰ ਬੀਜ ਦੇ ਦਿੱਤਾ। ਪਹਿਲਾਂ ਤਾਂ ਬੀਜ ਇੰਨਾ ਮਹਿੰਗਾ ਦਿੱਤਾ, ਉਸ ਤੋਂ ਬਾਅਦ ਦੂਜੇ ਨੰਬਰ ਤੇ ਜਦੋਂ ਆ ਗਏ ਫਸਲ ਹੋ ਗਈ, ਟਾਈਮ ਪੀਰੀਅਡ ਦੇ ਦਿੱਤਾ। ਫਿਰ ਇੱਥੇ ਆ ਕੇ ਜਿੱਦਾਂ ਦੁੱਧ ਦੀ ਫੈਟ ਕੱਢਦੇ ਆ, ਇੱਦਾਂ ਇਹ ਆ ਕੇ ਸਾਡੇ ਉਹਦੇ ਸੈਂਪਲ ਚੈੱਕ ਕਰਦੇ ਸੀ, ਫਿਰ ਰੇਟ ਲੱਗਦਾ। ਤੁਸੀਂ ਹੁਣ ਦੇਖ ਲਓ ਵੀ ਜੇ ਇਹ ਫੇਲ ਹੋ ਗਿਆ, ਲਾਗੇ ਛਾਗੇ ਆਪਾਂ ਇਹ ਫਲੋਰ ਦੇ ਏਰੀਏ ਦੇ ਵਿੱਚ, ਲਾਡੋਵਾਲ ਦੇ ਏਰੀਏ 'ਚ ਚੀਜ਼ ਆ, ਇੱਥੇ ਲੱਗੀ ਆ ਫੈਕਟਰੀ, ਇੱਥੋਂ ਮਾਲ ਲੈ ਕੇ ਸਪਲਾਈ ਕਰਦੇ ਨੇ ਵੱਡੇ ਘਰਾਣੇ ਜੋ ਲਿਜਾਂਦੇ ਆ ਇੱਥੋਂ ਇਹਨਾਂ ਨੇ। ਪਰ ਗੱਲ ਤਾਂ ਇਹ ਆ ਗਈ ਕਿ ਤੁਸੀਂ ਸਾਡੀਆਂ ਸਰਕਾਰਾਂ ਜਿਹੜੀਆਂ ਅੱਜ ਕਹਿ ਰਹੀਆਂ ਵੀ ਅਸੀਂ ਤੁਹਾਨੂੰ ਇੱਦਾਂ ਅਸਲ ਜ਼ਿਮੀਂਦਾਰ ਨੂੰ ਫਾਇਦਾ ਹੋਊਗਾ, ਅਸੀਂ ਤਾਂ ਪਹਿਲਾਂ ਡੈਮੋ ਦੇਖ ਚੁੱਕੇ ਹਾਂ। ਜਿਹੜੇ ਸਾਨੂੰ ਸਮਝਾਉਣ ਡਏ ਆ BJP ਦੇ ਲੀਡਰ ਵੀ ਇਹਦਾ ਫਾਇਦਾ ਹੋਊਗਾ, ਇੱਥੇ ਆ ਕੇ ਮੈਨੂੰ ਜਵਾਬ ਦੇ ਦੇਣ ਵੀ ਇਹਦਾ ਆਹ ਜਿਹੜਾ ਲੱਗਿਆ ਸੀ ਇਹ ਤਾਂ ਸਾਨੂੰ ਮੁਨਾਫਾ ਬੇਬੀ ਕੌਰਨ ਤਾਂ ਕਰ ਨਹੀਂ ਸਕਿਆ। ਬੇਬੀ ਕੌਰਨ ਦੇ ਲਈ ਤਾਂ ਅਸੀਂ ਲੋਕ ਘਾਟੇ 'ਚ ਚਲੇ ਗਏ, ਅਸੀਂ ਖੁਦ ਕਰਕੇ ਛੱਡਤੀ 2-3 ਸਾਲ। ਤੇ ਇਹਦੇ ਵਿੱਚ ਹੁਣ ਸਾਨੂੰ ਬਾਕੀ ਫਸਲਾਂ ਦੇ ਵਿੱਚ ਕੀ ਗਰੰਟੀ ਆ? ਅਸੀਂ ਗਰੰਟੀ ਤਾਂ ਮੰਗਦੇ ਹਾਂ, ਅਸੀਂ ਗਰੰਟੀ ਤਾਂ ਮੰਗਣ ਡਏ ਆ ਵੀ ਸਾਨੂੰ ਗਰੰਟੀ ਹੋਵੇ। ਇਹਦੇ ਵਿੱਚ ਅਸੀਂ ਘਾਟੇ 'ਚ ਜਾ ਕੇ 3-4 ਹਜ਼ਾਰ ਦਾ ਬੀਜ ਲੇਬਰ ਚੜ੍ਹ ਕੇ ਇਹ ਤੇ 24 ਘੰਟਿਆਂ ਜੇ ਅਸੀਂ ਨਹੀਂ ਪਹੁੰਚਾਉਂਦੇ ਸੀ ਤਾਂ ਸਾਡਾ ਮਾਲ ਮੋੜ ਦਿੱਤਾ ਜਾਂਦਾ। ਇਹਦੇ ਅਕੋਰਡਿੰਗਲੀ ਬਾਹਰ ਦੇਖ ਲਓ ਕਿ ਫਸਲ ਚਾਹੇ ਖੇਤ 'ਚ ਖੜੀ ਰਵੇ, ਸਰਕਾਰ ਨੂੰ ਨਹੀਂ ਲੋੜ, ਸਰਕਾਰ ਕਹਿੰਦੀ ਤੁਸੀਂ ਵਿੱਚੇ ਵਾਹ ਦਿਓ, ਅਸੀਂ ਤੁਹਾਡੇ ਪੈਸੇ ਆ ਕੇ ਲੈ ਜਾਓ। ਸਾਨੂੰ ਵੀ ਇੱਥੇ ਜਾਂ ਤਾਂ ਇਦਾਂ ਦਾ ਕੁਝ ਕਰ ਦਿੱਤਾ ਜਾਵੇ ਤੇ 24 ਘੰਟਿਆਂ ਬਾਅਦ ਗਰੰਟੀ ਹੈ ਨਹੀਂ। ਤਾਂ ਤੁਹਾਨੂੰ ਲੱਗਦਾ ਕਿ ਜਿਵੇਂ ਪ੍ਰੋਸੈਸ ਕਰਕੇ ਕਿਹਾ ਜਾ ਰਿਹਾ ਹੈ
ਵੀ ਬਹੁਤ ਮਹਿੰਗੀ ਵਿਕਦੀ ਹੈ। ਜੇ ਤੁਸੀਂ 1500 ਤੋਂ 2000 ਨੂੰ ਕੁਇੰਟਲ ਦੇ ਦਿੰਦੇ ਹੋ ਹਾਂਜੀ। ਤੇ 4 ਪੀਸ 250 ਦੇ ਮੌਲਾਂ ਦੇ ਵਿੱਚ ਵਿਕੀ ਜਾਂਦੇ ਆ। ਹਾਂਜੀ। ਕੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇਸ ਮਾਡਲ ਦੇ ਵਿੱਚ ਜੇ ਕਾਰਪੋਰੇਟ ਆ ਰਿਹਾ ਹੈ ਹਾਂਜੀ। ਤਾਂ ਕਾਰਪੋਰੇਟ ਦਾ ਜਿਹੜਾ ਮੁਨਾਫਾ ਹੈ ਉਹ ਕਿਸਾਨ ਨਾਲ ਵੰਡਿਆ ਜਾਵੇ? ਗੱਲ ਤਾਂ ਇਹੀ ਆ ਨਾ ਭਾਜੀ, ਦੇਖੋ ਸਾਡੇ ਕੋਲੋਂ 1800 ਨੂੰ 1500 ਨੂੰ 2200 ਨੂੰ ਕੁਇੰਟਲ ਲੈ ਲਈ, ਉਹ ਦੇਤੀ। ਉਸ ਤੋਂ ਬਾਅਦ ਇਹੀ ਤਾਂ ਫਾਇਦਾ, ਇਹੀ ਤਾਂ ਮੋਦੀ ਜੀ ਅੱਜ ਚਾਹ ਰਹੇ ਆ ਵੀ ਅੱਜ ਆ ਕੇ ਜਦੋਂ ਇਹਨਾਂ ਦੇ ਕਿਸਾਨਾਂ ਦੇ ਕੋਲੋਂ ਝੋਨਾ ਕਣਕ ਸਾਡੇ ਆ ਕੇ ਰਿਲਾਇੰਸ ਵਾਲੇ ਵੱਡੇ ਕੋਈ ਵੀ ਬਿਜ਼ਨਸਮੈਨ ਆ ਕੇ ਖਰੀਦਣ ਕਾਰਪੋਰੇਟ ਘਰਾਣੇ ਤੇ ਇਦਾਂ ਹੀ ਵਿਕੇ। ਅਸੀਂ ਤਾਂ ਕਹਿੰਦੇ ਜਾਂ ਤਾਂ ਹੁਣ ਜੇ ਉੱਥੇ 250 ਨੂੰ ਪੀਸ ਵਿਕਦਾ ਸੀ ਸਾਡੇ ਕੋਲ 1800 ਦੀ ਲੈਣ ਦੀ ਬਜਾਏ ਸਾਨੂੰ ਵੀ ਉਹਦੇ ਵਿੱਚੋਂ ਸ਼ੇਅਰ ਦੇ ਦਿਓ। ਜੋ ਤੁਸੀਂ ਕਹਿ ਰਹੇ ਹੋ ਤੁਹਾਡੀ ਗੱਲ ਦਾ ਜਵਾਬ ਆ ਵੀ ਉਹਦਾ ਜਾਂ ਤਾਂ ਸਾਨੂੰ ਕਿਸਾਨ ਨੂੰ ਫਾਇਦਾ ਹੋ ਜੇ। ਕਿਸਾਨ ਤਾਂ ਵਿਚਾਰਾ ਖਰਚੇ ਵੀ ਨਹੀਂ ਪੂਰੇ ਕਰ ਪਾ ਰਿਹਾ ਤੇ ਇਹ ਕਹਿੰਦੇ ਨੇ ਇਹਨੂੰ। ਆਹ ਸਭ ਤੋਂ ਵੱਡੀ ਗੱਲ, ਆਪਾਂ ਅੱਜ ਇੱਥੇ ਖੜੇ ਆ, ਇਹ ਡੈਮੋ ਆ ਇੱਕ ਸਰਕਾਰ ਲਈ। ਸਾਡੇ ਜਿਹੜੇ ਵੱਡੇ ਨੁਮਾਇੰਦੇ ਆ ਇਹ ਆ ਕੇ ਦੇਖ ਲੈਣ, ਜਿਹੜੇ ਸਾਨੂੰ ਕਹਿੰਦੇ ਬੀਜੇਪੀ ਵਾਲੇ ਲੀਡਰ ਸਾਡੇ ਪੰਜਾਬ ਦੇ ਵੀ ਕਹਿ ਰਹੇ ਆ ਵੀ ਕਿਸਾਨਾਂ ਲਈ ਫਾਇਦਾ, ਕਿਸਾਨਾਂ ਲਈ ਫਾਇਦਾ। ਇਹ ਆ ਕੇ ਇੱਥੇ ਦੇਖ ਲੈਣ ਵੀ ਆ ਇੱਕ ਡੈਮੋ ਅੱਜ ਤੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਸ਼ਾਇਦ ਜਦੋਂ ਲੱਗਾ ਇਹ, ਤੇ ਇੱਥੇ 350 ਏਕੜ ਦੇ ਕਰੀਬ ਰਕਬਾ ਇਹਨਾਂ ਨੇ ਇੱਥੇ ਰਿਕਵਾਇਰ ਕੀਤਾ ਆ। ਸਰਕਾਰ ਸਾਡੀ ਬਿਜਲੀ ਫ੍ਰੀ ਦੇ ਰਹੀ ਇਹਨਾਂ ਨੂੰ, ਪਾਣੀ ਫ੍ਰੀ, ਇੱਥੇ ਸਾਰਾ ਕੁਝ 24 ਘੰਟੇ ਦਿੱਤਾ ਆ, ਸਬਸਿਡੀਆਂ ਦੇ ਰਹੀ ਆ, ਤੇ ਇਹ ਕਾਮਯਾਬ ਨਹੀਂ ਹੋਇਆ। ਇਹਦਾ ਫਾਇਦਾ ਕਿਸਾਨ ਨੂੰ ਤਾਂ ਹੋਇਆ ਹੀ ਨਹੀਂ। ਨਹੀਂ ਤਾਂ ਲਾਗੇ ਤੁਸੀਂ ਝਾਤ ਮਾਰ ਲਓ, ਇੱਥੇ ਤਾਂ ਕਿਸੇ ਨੇ ਲਾਈ ਨਹੀਂ ਬੇਬੀ ਕਾਰਨ। ਆ ਲਾਗੇ ਝੋਨਾ ਲੱਗਾ, ਜੇ ਲਾਗੇ ਇੰਨਾ ਵਧੀਆ ਹੋਵੇ ਪੈਸੇ ਕਮਾਉਣ ਦਾ ਸਾਧਨ ਤੇ ਇੱਥੇ ਲਾਗਲੇ ਨਾ ਲਾ ਲੈਣ। ਮੈਂ 24 ਕਿਲੋਮੀਟਰ 50 ਕਿਲੋਮੀਟਰ ਦੂਰ ਤੋਂ ਲੈ ਕੇ ਆਉਣਾ। ਬਿਲਕੁਲ ਇਸੇ ਕਰਕੇ ਡੈਮੋ ਆ, ਇਹ ਫੇਲ ਆ। ਸਰਕਾਰ ਆ ਕੇ ਇੱਥੇ ਦੇਖ ਸਕਦੀ ਆ, ਇਹਨੂੰ ਚੈੱਕ ਕਰ ਲੈਣ, ਸਾਨੂੰ ਇਹਦੇ ਬਾਰੇ ਸਮਝਾ ਦੇਣ ਕੀ ਕਾਮਯਾਬ ਆ, ਫਿਰ ਅਸੀਂ ਮੰਨ ਲਾਂਗੇ। ਫੇਲ ਦਾ ਇਹ ਹੈ ਕਿ ਕਾਰਪੋਰੇਟ ਵਾਸਤੇ ਬਹੁਤ ਫਾਇਦੇ ਦੀ ਗੱਲ ਹੋ ਸਕਦੀ ਹੈ, ਕਿ ਕਾਰਪੋਰੇਟ ਵਾਸਤੇ ਫਾਇਦੇ ਦੀ ਗੱਲ ਹੋ ਸਕਦੀ ਹੈ, ਪਰ ਕਿਸਾਨ ਵਾਸਤੇ ਇਹ ਫੇਲ ਹੈ। ਕਿਸਾਨ ਵਾਸਤੇ ਬਿਲਕੁਲ ਫੇਲ ਆ। ਇਹੀ ਗੱਲ ਮੈਂ ਕਹਿਣਾ ਚਾਹੁੰਦਾ, ਇਹੀ ਗੱਲ ਸਾਨੂੰ ਅੱਗੇ ਦਿਸ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਰਪੋਰੇਟਾਂ ਲਈ ਤਾਂ ਫਾਇਦਾ ਕਰ ਰਹੇ ਇਹ ਤਾਂ ਅੱਜ ਵੀ ਕਹਿੰਦੇ ਆ ਵੀ ਹਾਂ ਬਹੁਤ ਫਾਇਦਾ ਹੋਊਗਾ, ਅਸੀਂ ਬਿੱਲ ਪਾਸ ਕਰਤਾ। ਉਹ ਫਾਇਦਾ ਜ਼ਿਮੀਦਾਰ ਨਹੀਂ ਹੋਊਗਾ, ਜ਼ਿਮੀਦਾਰ ਦੇ ਤਾਂ ਖਰਚੇ ਵੀ ਨਹੀਂ ਪੂਰੇ ਹੋਣੇ। ਇਹ ਗੱਲ ਗਾਰੰਟੀ ਦੀ ਆ ਕਿ ਅੱਜ ਜੇ 1800 1900 ਨੂੰ ਸਾਡੀ ਫਸਲ ਵਿਕ ਰਹੀ ਆ, ਇਹ 800-900 ਤੇ ਰਹਿ ਜਾਣੀ ਆ। ਜਦੋਂ ਜੇ ਜ਼ਿਆਦਾ ਲੋਕ ਇਹਦੇ ਚ ਆ ਜਾਣਗੇ ਤਾਂ ਜੇ ਸਾਰੇ ਹੀ ਬੀਜਣ ਲੱਗ ਜਾਣਗੇ, ਬੇਬੀ ਕੌਰਨ ਹੋ ਗਿਆ, ਤਾਂ ਫਿਰ ਉਹ ਜਿਹੜਾ 2200 1500 ਵਾਲਾ ਹੈ ਉਹ ਘਟ ਜਾਊਗਾ। ਹੁਣ ਆਮ ਵੀ ਤਾਂ ਮੰਡੀ ਦੇ ਵਿੱਚ ਮੱਕੀ ਜਿਹੜੀ ਆ 600-700 ਨੂੰ ਵਿਕੀ ਜਾਂਦੀ ਹੈ। ਬਿਲਕੁਲ ਭਾਜੀ, ਉਹੀ ਗੱਲ ਕਰ ਰਿਹਾ ਨਾ ਵੀ ਜੇ ਇੱਥੇ ਤੁਸੀਂ ਇੱਕ ਗੱਲ ਸੋਚ ਲਓ, ਜੇ ਮੇਰੇ ਘਰ ਦੇ ਵਿੱਚ ਮੈਨੂੰ ਕੋਈ ਫਾਇਦਾ ਹੁੰਦਾ, ਮੈਂ ਇੱਥੇ ਮੇਰਾ ਘਰ ਆ, ਗੁਆਂਢ ਦੇ ਵਿੱਚ ਕੋਈ ਫਾਇਦਾ ਹੋ ਰਿਹਾ, ਤੇ ਮੈਂ ਜ਼ਰੂਰ 50 ਕਿਲੋਮੀਟਰ ਲੈ ਕੇ ਜਾਣੀ ਆਪਣੀ ਫਸਲ, ਮੈਨੂੰ ਇੱਥੇ ਹੋ ਜੂ। ਦੂਜੀ ਗੱਲ ਇਹ ਕਹਿੰਦੇ ਜਿੱਥੇ ਮਰਜ਼ੀ ਜਾ ਕੇ ਬੀਜੇ। ਅੱਜ ਤੇ ਸਾਡੇ ਕਿਸਾਨ ਦੀ ਜੇ 2-4 ਖੇਤਾਂ ਵਾਲਾ ਕਿਸਾਨ ਆ ਕੋਈ, ਉਹਦੀ ਇੱਕ ਦੂਜਾ ਹੈਲਪ ਕਰ ਦਿੰਦਾ ਕਿਸੇ ਵੱਡੇ ਤੋਂ, ਜਿਹਦੇ ਕੋਲ ਟਰੈਕਟਰ ਟਰਾਲੀ ਹੈ ਨਹੀਂ, ਉਹ ਮੰਗ ਲੈਂਦਾ। ਇਹ ਕਹਿੰਦੇ ਨੇ ਆਪਣੀ ਫਸਲ ਜਾ ਕੇ ਵੇਚੇ। ਜੇ ਮੈਨੂੰ 50 ਕਿਲੋਮੀਟਰ ਪਰੇ ਲਿਜਾਣੀ ਵੀ, ਮੈਂ ਕਿਰਾਇਆ ਕਿਹਨੂੰ ਦਊਂਗਾ? ਮੈਂ ਕਿੱਥੋਂ ਵੇਚ ਲਊਂਗਾ ਤੇ ਕਿੱਥੋਂ ਆਪਣੇ ਪੈਸੇ ਪੂਰੇ ਕਰ ਲਊਂਗਾ? ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਦੇ ਦੇਣ ਨਾ ਇਹ ਬਹਿ ਕੇ। ਜਿੰਨਾ ਕੁ ਅਸੀਂ ਜਾਣਦੇ ਹਾਂ ਵੀ ਜਿਹੜੀ ਮੰਨ ਲਓ ਸਾਡੀਆਂ ਸਰਕਾਰਾਂ ਮੰਨ ਲਓ ਵੀ ਜਿਹੜੇ ਛੋਟੇ ਕਿਸਾਨ ਆ ਉਹਨਾਂ ਕੋਲੋਂ ਬਹਾਨਾ ਲਾ ਕੇ ਵੀ ਇੱਥੇ ਗੰਨਾ ਫਾਰਮ ਲਾਉਣਾ, ਉਹਦਾ ਰਿਸਰਚ ਕੀਤਾ ਜਾਣਾ। ਕਿਸਾਨਾਂ ਛੋਟਿਆਂ ਕੋਲੋਂ ਇਹ ਜ਼ਮੀਨ ਉਹਨਾਂ ਥੱਲਿਓਂ ਕਢਾ ਲੈਂਦੇ ਆ, ਮਗਰੋਂ ਜ਼ਮੀਨ ਨੂੰ ਇਕੱਠੀ ਕਰਕੇ ਤੇ ਜਿਹੜੀ ਇਹ ਕਾਰਪੋਰੇਟ ਘਰਾਣੇ ਆ ਇਹ ਉਹਨਾਂ ਨੂੰ ਸੌਂਪ ਦਿੰਦੇ ਆ। ਜਿਹੜਾ ਇਹਨਾਂ ਦਾ ਆਪਣਾ ਸਰਕਾਰਾਂ ਦਾ ਏਜੰਡਾ ਹੁੰਦਾ ਉਸ ਏਜੰਡੇ ਉੱਤੇ ਨਹੀਂ ਰਹਿੰਦੀਆਂ ਇਹ। ਇਸ ਕਰਕੇ ਆ ਵੀ ਇਹ ਪਹਿਲਾਂ ਜਿਹੜਾ ਮੰਨ ਲਓ ਘਾਟੇ ਦਾ ਸੌਦਾ ਆ, ਜੇ ਇਹ ਸੌਦਾ ਮੰਨ ਲਓ ਠੀਕ ਹੋਵੇ ਤੇ ਬਾਕੀ ਕਿਸਾਨ ਇਹਨਾਂ ਦੇ ਵਿੱਚ ਕਿਉਂ ਨਾ ਇਹਦੇ ਵਿੱਚ ਮੰਨ ਲਓ ਇਹ ਹੋਰ ਉਤਸ਼ਾਹ ਆਵੇ। ਕਿਸਾਨਾਂ ਵਿੱਚ ਉਤਸ਼ਾਹ ਹੀ ਇਸ ਕਰਕੇ ਨਹੀਂ ਆਉਂਦੇ ਵੀ ਜਿਹੜੀਆਂ ਮੰਨ ਲਓ ਸਾਡੀਆਂ ਸਰਕਾਰਾਂ ਇਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਆ ਰਹੀਆਂ ਆ, ਉਹ ਅਸਲ 'ਚ ਇੱਥੇ ਦੇ ਕਿਸਾਨ ਦਾ ਗਲ ਘੁੱਟਣ ਦੇ ਵਾਸਤੇ ਆ ਰਹੀਆਂ। ਜੇ ਉਹ ਕਿਤੇ ਸੱਚੀ ਮੁੱਚੀ ਕਿਸਾਨ ਦੇ ਹਮਾਇਤੀ ਹੋ ਕੇ ਆਉਣ, ਫਿਰ ਜਿਹੜਾ ਉਹਨਾਂ ਦਾ ਪ੍ਰੋਫਿਟ ਹੈ ਫਿਰ 50-50 ਕਰ ਲੈਣਾ ਚਾਹੀਦਾ। ਫਿਰ ਤਾਂ ਹਰ ਇੱਕ ਕਿਸਾਨ ਜਿਹੜਾ ਉਤਸ਼ਾਹ ਦੇ ਨਾਲ। ਤੁਸੀਂ ਇਹ ਕਹਿ ਰਹੇ ਹੋ ਵੀ ਕਾਰਪੋਰੇਟ ਜਿਹੜਾ ਘਰਾਨਾ ਹੈ ਉਹ ਪ੍ਰੋਫਿਟ ਕਿਸਾਨ ਨਾਲ ਸ਼ੇਅਰ ਕਰੇ, ਫਿਰ ਕੋਈ ਦਿੱਕਤ ਨਹੀਂ? ਮੈਂ ਕਿਹਾ ਜੀ ਫਿਰ ਤਾਂ ਕੋਈ ਦਿੱਕਤ, ਜੇ ਆਪਣਾ ਪ੍ਰੋਫਿਟ ਉਹ ਸ਼ੇਅਰ ਕਰ ਲਊਗਾ ਫਿਰ ਤਾਂ ਮੁਸ਼ਕਿਲ ਹੱਲ, ਪਰ ਉਹ ਨਹੀਂ ਕਰੂਗਾ ਜੀ। ਜੇ ਉਹਨੂੰ ਸ਼ੇਅਰ ਕਰਨਾ ਉਹ ਤਾਂ ਫਿਰ ਆਉਣਾ ਥੋੜੀ ਆ ਉਹ। ਇਸ ਕਰਕੇ ਆ ਮੰਨ ਲਓ ਆਪਣਾ ਪ੍ਰੋਫਿਟ ਲੈਣ ਲਈ ਆਉਂਦਾ, ਉਹ ਸਾਡੇ ਪ੍ਰੋਫਿਟ ਲਈ ਨਹੀਂ ਆਉਂਦਾ ਜੀ, ਸਾਡਾ ਗਲਾ ਘੁੱਟਣ ਦੇ ਵਾਸਤੇ ਆਉਂਦਾ। ਇਹੀ ਜਿਹੜਾ ਹੁਣ ਮੰਨ ਲਓ ਸਾਡੀਆਂ ਸਰਕਾਰਾਂ ਬਿੱਲ ਲੈ ਕੇ ਵੀ ਆਈਆਂ, ਉਹਦੇ ਵਿੱਚ ਵੀ ਇਹ ਆ, ਸਾਨੂੰ ਕਹਿ ਰਹੀਆਂ ਉਹ ਵੀ ਇਹ ਤੁਹਾਡੇ ਲਈ ਬਹੁਤ ਮੰਨ ਲਓ ਵੀ ਬਹੁਤ ਚੰਗਾ ਆ। ਸਰਕਾਰ ਸਾਨੂੰ ਇੱਕ ਵੀ ਕੋਈ ਵੀ ਜਿਹੜਾ ਪਹਿਲਾਂ ਮੰਨ ਲਓ ਕਾਰਪੋਰੇਟ ਘਰਾਣੇ ਦਾ ਕੋਈ ਵੀ ਪਲਾਂਟ ਆ ਜੋ ਖੇਤੀ ਦੇ ਵਿੱਚ ਆ, ਉਹ ਦੂਸਰੇ ਖੇਤਰ ਵਿੱਚ ਆ, ਜਿੱਥੇ ਮਰਜ਼ੀ ਉਹ ਇੱਕ ਵੀ ਦੱਸ ਦੇਵੇ ਇੱਥੇ ਕਾਮਯਾਬ ਹੋਇਆ, ਕਿਤੇ ਕਾਮਯਾਬ ਹੀ ਨਹੀਂ ਹੈਗਾ। ਉਹ ਤਾਂ ਮੱਲੀ ਮੰਨ ਲਓ ਵੀ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਮੱਲੀ ਸਾਡੇ ਤੇ ਥੋਪਿਆ ਜਾ ਰਿਹਾ। ਇਸ ਕਰਕੇ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਅੱਜ ਲੜਾਈ ਦੇ ਮੈਦਾਨ ਵਿੱਚ ਲੜ ਰਿਹਾ ਜੀ। ਅਸੀਂ ਉਹ ਦੇਖਦੇ ਵੀ ਸ਼ਾਇਦ ਜ਼ਿਆਦਾ ਨਫੇ ਵਾਲੀ ਹੋਵੇ, ਪਰ ਜਦੋਂ ਅਸੀਂ ਕਈ ਵਾਰੀ ਪੁੱਛਦੇ ਸੀ ਕਹਿੰਦੇ ਖਰਚਾ ਇਹ ਬੜੀ ਮੁਸ਼ਕਿਲ ਨਾਲ ਪੂਰਾ ਕਿਉਂ ਹੁੰਦਾ? ਉਹ ਜਿਹੜੀ ਇਹਦੀ ਫਸਲ ਤੋੜ ਕੇ ਲੈ ਕੇ ਆਉਂਦੇ, ਛੱਲੀ ਤੋੜ ਕੇ ਲੈ ਦੇ ਆਉਂਦੇ ਆ, ਉਹਦਾ ਇਹਨਾਂ ਨੇ ਸਾਨੂੰ ਅਜੇ ਤੱਕ ਕਿਸਾਨ ਨੂੰ ਇਹ ਨਹੀਂ ਸਮਝਿਆ ਕਿ ਕਿਹੜਾ ਸਾਈਜ਼ ਇਹਨਾਂ ਦੇ ਪਸੰਦ ਆਉਂਦਾ ਹੈ। ਜੇ ਸਾਈਜ਼ ਥੋੜਾ ਵੱਧ ਗਿਆ ਤਾਂ ਕਹਿੰਦੇ ਪੱਕ ਗਈ ਹੈ, ਥੋੜੀ ਡੈਮੇਜ ਹੋ ਗਈ ਹੈ, ਥੋੜੀ ਬੇਕਾਰ ਹੋ ਗਈ, ਮੁਫਤ ਵਿੱਚ ਰੱਖ ਲੈਂਦੇ। ਤੇ ਜੇ ਉਹ ਬਿਲਕੁਲ ਛੋਟਾ ਸਾਈਜ਼ ਤੋੜਦੇ, ਉਹ ਛੋਟਾ ਸਾਈਜ਼ ਤੋੜਨਾ ਕਿ ਉਹਦਾ ਵੇਟ ਘਟ ਜਾਂਦਾ, ਜਿੰਨਾ ਰੇਟ ਉਹਦੀ ਕੀਮਤ ਨਹੀਂ ਪੂਰੀ ਹੁੰਦੀ। ਫਿਰ ਸਾਨੂੰ ਲਾਲਚ ਦਿੰਦੇ ਵੀ ਤੁਹਾਡੇ ਪੱਠੇ ਬਹੁਤ ਮਹਿੰਗੇ ਵਿਕਣੇ।
ਉਹ ਜਦੋਂ ਤੋੜਦੇ ਪੱਠੇ ਪੱਕ ਜਾਂਦੇ, ਸੁੱਕ ਜਾਂਦੇ, ਮੰਡੀ ਦੇ ਪੱਠਿਆਂ ਦੀ ਕੀਮਤ ਤਾਂ ਪੈਂਦੀ ਨਹੀਂ, ਬਿਲਕੁਲ ਖੇਤਾਂ 'ਚ ਵਾਹੁਣੇ ਪੈਂਦੇ ਜੀ। ਇਸ ਕਰਕੇ ਉਹ ਜਿਹੜੀ ਲੇਬਰ ਖਰਚਾ ਇਹਦੇ ਤੇ ਇੰਨਾ ਜ਼ਿਆਦਾ ਪੈਂਦਾ, ਉਹ ਇਕੱਲੀ ਛੱਲੀ ਦੀ ਕੀਮਤ ਨਾਲ ਉਹ ਨਹੀਂ ਪੂਰਾ ਹੁੰਦਾ। ਬਾਕੀ ਇਹਦੇ ਖਰਚੇ ਜਿਹੜੇ ਬਹਾਈ ਦੇ ਖਰਚੇ, ਬਿਜਾਈ, ਗੁਡਾਈ, ਖਾਦ ਪਾਣੀ, ਸਪਰੇਅ ਦੇ, ਉਹ ਖਰਚੇ ਤੇ ਬਹੁਤ ਜ਼ਿਆਦਾ ਹੋ ਜਾਂਦੇ ਆ। ਇਸ ਕਰਕੇ ਉਹਨਾਂ ਕਿਸਾਨਾਂ ਨੇ ਸਾਡੇ ਇਲਾਕੇ ਦੇ ਵਿੱਚ ਬੀਜਣੀ ਬੰਦ ਕਰ ਦਿੱਤੀ ਹੈਗੀ ਆ। ਹੁਣੇ ਮੈਂ 2-3 ਕਿਸਾਨਾਂ ਨਾਲ ਗੱਲ ਕਰ ਰਿਹਾ, ਕਹਿੰਦੇ 3-4 ਸਾਲ ਪਹਿਲਾਂ ਅਸੀਂ ਛੱਡ ਦਿੱਤੀ ਹੈ, ਕਿਉਂਕਿ ਇਹਦੇ ਵਿੱਚ ਸਾਨੂੰ ਮਾਰ ਖਾਪ ਕੇ ਥੱਕ ਗਏ, ਮਸ਼ੀਨਰੀ ਤੋੜ ਲਈ, ਪਰ ਸਾਨੂੰ ਇਹਦੇ ਨਫਾ ਨਹੀਂ ਹੋ ਸਕਿਆ। ਇਸੇ ਕੰਪਨੀ ਨਾਲ ਹੀ ਜੁੜੇ ਸੀਗੇ ਹਾਂਜੀ, ਇਸੇ ਕੰਪਨੀ ਨਾਲ। ਫਿਰ ਉਹ ਛੱਡ ਗਏ, ਹੁਣ ਛੱਡ ਗਏ, ਬੰਦ ਕਰ ਗਏ, ਬਿਲਕੁਲ ਬੰਦ ਕਰ ਗਏ ਆ। ਹੁਣ ਸਿਰਫ ਕਣਕ ਝੋਨੇ ਤੱਕ ਸੀਮਤ ਰਹਿ ਗਏ। ਤੇ ਦੁਬਾਰਾ ਕਣਕ ਝੋਨੇ ਤੇ ਆਉਣਾ ਪਿਆ ਉਹਨਾਂ ਨੂੰ। ਕਣਕ ਝੋਨੇ ਤਾਂ ਜਿਹੜੀ ਤੇ ਕਾਰਪੋਰੇਟ ਫਾਰਮਿੰਗ ਦਾ ਰੌਲਾ ਪੈ ਰਿਹਾ, ਸਰਕਾਰ ਕਹਿੰਦੀ ਫਾਇਦੇ ਦੀ ਆ, ਕਾਰਪੋਰੇਟ ਆਊਗਾ ਤਾਂ ਫਾਇਦਾ ਹੋਊਗਾ, ਤਾਂ ਇਹ ਕਾਮਯਾਬ ਨਹੀਂ ਹੋ ਸਕੀ। ਬਿਲਕੁਲ ਨਹੀਂ ਕਾਮਯਾਬ। ਕਾਰਪੋਰੇਟ ਘਟਾਉਣੇ ਦਾ ਜਿਹੜਾ ਮਕਸਦ ਵਾ, ਬਿਲਕੁਲ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਫੇਲ ਕਰਕੇ, ਇਹਨਾਂ ਨੂੰ ਬੈਂਕਾਂ ਦੇ ਕਰਜ਼ਾਈ ਕਰਕੇ, ਜਦੋਂ ਬੈਂਕਾਂ ਦੇ ਕਰਜ਼ਾਈ ਜ਼ਿਆਦਾ ਹੋਣ ਫਿਰ ਬੈਂਕਾਂ ਨੇ ਜ਼ਮੀਨਾਂ ਅਕਵਾਇਰ ਕਰੂਗੀ, ਜ਼ਮੀਨਾਂ ਅਕਵਾਇਰ ਕਰਕੇ ਉਹ ਜ਼ਮੀਨਾਂ ਫਿਰ ਕਾਰਪੋਰੇਟ ਘਟਾਉਣ ਸੱਦੀਆਂ ਦੇ ਦਿੱਤੀਆਂ, ਕਿਉਂਕਿ ਉਹਨਾਂ ਕਾਰਪੋਰੇਟ ਘਟਾਉਣੇ ਬੈਂਕਾਂ ਦਾ ਪੈਸਾ ਉਤਾਰ ਕੇ ਉਹ ਜ਼ਮੀਨਾਂ ਉਹਦੇ ਹੱਥ ਵਿੱਚ ਚਲੇ ਜਾਣੀਆਂ, ਤੇ ਕਿਸਾਨ ਖੁਦ ਆਪਣੇ ਖੇਤਾਂ 'ਚ ਮਜ਼ਦੂਰ ਬਣ ਕੰਮ ਕਰ। ਜਿਸ ਤਰ੍ਹਾਂ ਮੈਂ 1985 ਵਿੱਚ ਮੈਂ 10ਵੀਂ ਦੇ ਪੇਪਰ ਫਾਈਨਲ ਦੇਣ ਤੋਂ ਬਾਅਦ ਮੈਨੂੰ NCC ਵੱਲੋਂ ਮੈਨੂੰ ਮੌਕਾ ਮਿਲਿਆ ਸੀਗਾ, ਉੱਥੇ ਸਾਡਾ ਕੈਂਪ ਲੱਗਿਆ ਦਾਰਜਲਿੰਗ ਦੇ ਵਿੱਚ। ਉੱਥੇ ਹੀ ਗਏ ਸੀ ਬਾਗਾਂ ਦੇ ਵਿੱਚ, ਇੱਥੇ ਮੈਂ ਆਪਣੇ ਚਾਹ ਦੇ ਬਾਗਾਂ ਨੂੰ ਉਹਦੇ ਸਾਨੂੰ ਲੈ ਕੇ ਗਿਆ ਦਿਖਾਉਣ ਵਾਸਤੇ, ਕਿ ਉੱਥੇ ਸਾਨੂੰ ਗੱਲ ਉਹ ਸਾਨੂੰ ਮੈਨੂੰ ਜ਼ਿਆਦਾ ਸਮਝ ਨਹੀਂ, 18 ਸਾਲ ਦੀ ਮੇਰੀ ਉਮਰ ਸੀਗੀ। ਉੱਥੇ ਉਹ ਗੱਲ ਕਰਦੇ ਵੀ ਅਸੀਂ ਇਹਨਾਂ ਬਾਗਾਂ ਦੇ ਸਾਡੇ ਬਜ਼ੁਰਗ ਕਦੀ ਮਾਲਕ ਹੁੰਦੇ ਸੀ, ਉਹ ਮਾਲਕ ਸੀ ਆਪ ਤੋੜ ਕੇ ਉਹ ਉੱਥੇ ਵੀ ਕਾਰਪੋਰੇਟ ਘਰਾਣੇ ਉੱਥੇ ਗਏ, ਉਹਨਾਂ ਨੇ ਉਸ ਚਾਹ ਦੇ ਵਿੱਚ ਕੈਮੀਕਲ ਮਿਲਾ ਕੇ ਚਾਹ ਦੀ ਕੁਆਲਿਟੀ ਥੋੜੀ ਹੋਰ ਬਣਾ ਕੇ ਸਸਤੇ ਰੇਟ ਵੇਚਣੀ ਸ਼ੁਰੂ ਕਰ ਦਿੱਤੀ। ਜਿਹੜੀ ਅਸਲੀ ਚਾਹ ਉਹਨਾਂ ਦੀ ਬਹੁਤ ਮਹਿੰਗੀ ਵਿਕਦੀ ਸੀ, ਉਹ ਚਾਹ ਵੇਚਦੇ ਇੱਕਦਮ ਉਹਨਾਂ ਦੀ ਚਾਹ ਜ਼ਿਆਦਾ ਮਿਲੀ, ਜੇ ਅਸਲੀ ਚਾਹ ਵਿਕਣੋਂ ਘਟ ਗਈ, ਉਹ ਵਿਚਾਰੇ ਗਰੀਬ ਲੋਕ ਗਰੀਬ ਹੋ ਗਏ। ਹੌਲੀ ਹੌਲੀ ਕਰਜ਼ਾਈ ਹੁੰਦਾ, ਪਰ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਆਪਣੇ ਬੱਸ ਵਿੱਚ ਕਰ ਲਿਆ। ਹੁਣ ਉੱਥੇ ਦੇ ਅਸੀਂ ਦੇਖੋ ਲੋਕ ਜਿਹੜੇ ਨਾ, ਉਸ ਟਾਈਮ ਮੈਂ ਦੇਖ 1985 ਵਿੱਚ, ਉਹ ਖੁਦ ਆਪਣੇ ਬਾਗਾਂ ਦੇ ਵਿੱਚ ਆਪ ਦਿਹਾੜੀ ਕਰਕੇ ਉਹਨਾਂ ਦੇ ਪੱਤੀਆਂ ਤੋੜਨ ਦਾ ਕੰਮ ਕਰਦੇ ਸੀ। ਉਹੀ ਇਹ ਜਿਹੜਾ ਫਾਰਮੂਲਾ ਲਗਭਗ 100% ਇੱਥੇ ਲਾਗੂ ਹੋਣਾ। ਹੌਲੀ ਹੌਲੀ ਇੱਕ ਦਿਨ ਕਿਸਾਨ ਨੇ ਕਮਜ਼ੋਰ ਹੋ ਕੇ ਆਪਣੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਣਾ। ਠੀਕ ਹੈ, ਸੋ ਇਹ ਬਹੁਤ ਇੰਪੋਰਟੈਂਟ ਹੈ ਇਸ ਗੱਲ ਨੂੰ ਸਮਝਣਾ ਜੋ ਇਹ ਕਹਿ ਰਹੇ ਨੇ, ਕਿ ਜਿਸ ਤਰ੍ਹਾਂ ਇਹ ਕਹਿ ਰਹੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਚਾਹ ਦੇ ਬਾਗਾਂ ਦੀ ਐਗਜ਼ਾਮਪਲ ਦਿੱਤੀ, ਉਵੇਂ ਇੱਥੇ ਹੈ ਮੱਕੀ ਜਿਹੜੀ ਹੈ ਉਹ ਬੀਜਦਾ ਹੈ ਕਿਸਾਨ ਔਰ ਇਹਨਾਂ ਨੂੰ ਦਿੰਦਾ ਹੈ, ਕੰਟਰੈਕਟ ਦੀ ਇਹ ਖੇਤੀ ਹੁੰਦੀ ਹੈ। ਇਹਦਾ ਕੰਟਰੈਕਟ ਵੀ ਹੁੰਦਾ ਜੀ ਵੀ ਇੰਨੇ ਸਾਲ ਵਾਸਤੇ ਤੁਸੀਂ ਸਾਡੇ ਨਾਲ ਕੰਮ ਕਰਨਾ? ਨਹੀਂ, ਇਹਦਾ ਕੰਟਰੈਕਟ ਸਿਰਫ ਆਪਣਾ ਬੀਜ ਦਿੰਦੇ ਆ। ਇਹ ਬੀਜ ਕਾਫੀ ਮਹਿੰਗੇ ਹੁੰਦੇ ਆ, ਉਹ ਬੀਜ ਲਗਭਗ ਦੇਖਿਆ ਬੀਜ ਇੰਨਾ ਮਹਿੰਗਾ ਉਹੀ ਨਹੀਂ ਕਈ ਵਾਰੀ ਪੂਰਾ ਹੁੰਦਾ, ਪੂਰਾ ਨਹੀਂ, ਉਹਦਾ ਖਰਚਾ ਨਹੀਂ ਪੂਰਾ ਨਿਕਲ ਸਕਦਾ, ਤਾਂ ਉਹਦਾ ਫਾਇਦਾ ਕਿਸਾਨ ਨੂੰ ਨਹੀਂ ਹੋਇਆ। ਹੌਲੀ ਹੌਲੀ 3-4 ਸਾਲ ਕਿਸਾਨਾਂ ਨੇ ਖੇਤੀ ਕੀਤੀ, ਇਹਦੀ ਕੰਪਨੀ ਨੂੰ ਦਿੱਤਾ, ਕੰਪਨੀ ਨੂੰ ਮਾਰਜਨਸ ਬਹੁਤ ਚੰਗੇ ਮਿਲੇ, ਕਿਸਾਨ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ, ਤੇ ਫਿਰ ਉਹ ਰਵਾਇਤੀ ਝੋਨੇ ਤੇ ਕਣਕ ਦੇ ਵੱਲ ਵਾਪਸ ਆਇਆ। ਤਾਂ ਇਸ ਮਾਡਲ ਨੂੰ ਸਮਝਣਾ ਪਊਗਾ। ਇਹ ਬਹੁਤ ਵੱਡਾ ਸਵਾਲ ਹੈ ਕਿ ਆਖਰ ਇਹ ਮਾਡਲ ਕਾਮਯਾਬ ਕਿਉਂ ਨਹੀਂ ਹੋਇਆ। ਜੇ ਇੱਥੇ ਕਾਮਯਾਬ ਨਹੀਂ ਤਾਂ ਪੂਰੇ ਪੰਜਾਬ 'ਚ ਇੰਪਲੀਮੈਂਟ ਕੱਲ ਨੂੰ ਕਿਵੇਂ ਕੀਤਾ ਜਾ ਸਕਦਾ ਹੈ। ਔਰ ਆਸੇ-ਪਾਸੇ ਜਿੱਥੇ ਅਸੀਂ ਖੜੇ ਹਾਂ ਉਹਦੇ ਆਸੇ-ਪਾਸੇ ਖੇਤਾਂ ਦੇ ਵਿੱਚ ਝੋਨਾ ਤੇ ਕਣਕ ਬੀਜਿਆ ਜਾਂਦਾ। ਹੁਣ ਝੋਨੇ ਦਾ ਸੀਜ਼ਨ ਹੈ ਤਾਂ ਝੋਨਾ ਖੜਾ ਤੁਹਾਨੂੰ ਦਿਸੂਗਾ। ਤਾਂ ਇਹਨਾਂ ਦਾ ਇਹ ਵੀ ਸਵਾਲ ਹੈ ਕਿ ਜੇ ਝੋਨਾ ਇੱਥੇ ਆਸੇ-ਪਾਸੇ ਬੀਜਿਆ ਹੈ, ਅਸੀਂ 40-40 50-50 ਕਿਲੋਮੀਟਰ ਤੋਂ ਇੱਥੇ ਮੱਕੀ ਆ ਕੇ ਸਿੱਟਦੇ ਰਹੇ ਹਾਂ, ਤੇ ਆਸੇ-ਪਾਸੇ ਦੇ ਜ਼ਿਮੀਂਦਾਰ ਨੇ ਕਿਉਂ ਨਹੀਂ ਮੱਕੀ ਬੀਜੀ? ਕਿਉਂਕਿ ਉਹ ਮਾਡਲ ਫੇਲ ਹੋ ਚੁੱਕਿਆ ਸੀ, ਉਹ ਵਾਪਸ ਝੋਨੇ ਦੇ ਵੱਲ ਆਇਆ ਤੇ ਹੁਣ ਇੱਥੇ ਉਹ ਝੋਨਾ ਹੀ ਬੀਜਦਾ ਹੈ। ਤਾਂ ਕਿਸਾਨ ਕੰਪਨੀ ਵੱਲੋਂ ਕਿਸਾਨਾਂ ਨੂੰ ਅਪਰੋਚ ਕੀਤੀ ਜਾਂਦੀ ਹੈ, ਫਿਰ ਕੁਝ ਸਾਲਾਂ ਬਾਅਦ ਕਿਸਾਨ ਇਹ ਤੋਂ ਪੈਰ ਖਿੱਚ ਲੈਂਦਾ ਤੇ ਫਿਰ ਨਵੇਂ ਕਿਸਾਨ ਵੱਲ ਕੰਪਨੀ ਜਾਂਦੀ ਹੈ, ਔਰ ਇਸੇ ਤਰ੍ਹਾਂ ਇਹ ਸਰਕਲ ਚੱਲਦਾ ਆ ਰਿਹਾ। ਪਰ ਕਿਸਾਨ ਖੁਸ਼ ਨਹੀਂ ਹੋਇਆ, ਉਹਨੂੰ ਮੁਨਾਫਾ ਨਹੀਂ ਹੋਇਆ, ਕੰਪਨੀ ਨੂੰ ਮੁਨਾਫਾ ਬਹੁਤ ਜ਼ਿਆਦਾ ਹੋਇਆ ਇਸ ਤੋਂ। ਦਰਅਸਲ ਜਿਸ ਖੇਤੀ ਵੱਲ ਕੇਂਦਰ ਪੰਜਾਬ ਨੂੰ ਤੋਰਨਾ ਚਾਹੁੰਦਾ ਹੈ ਉਹ ਪਹਿਲਾਂ ਹੀ ਫੇਲ ਹੋ ਚੁੱਕੀ ਹੈ। thehindubusinessline.com ਵੈਬਸਾਈਟ ਦੇ 8 ਸਾਲ ਪੁਰਾਣੇ ਲੇਖ ਮੁਤਾਬਕ ਕਾਰਪੋਰੇਟ ਫਾਰਮ ਵੈਂਚਰ ਨਾਤਾ ਤੋੜ ਰਹੇ ਨੇ। ਇਹ ਅੱਜ ਦਾ ਨਹੀਂ, 8 ਸਾਲ ਪੁਰਾਣਾ ਹੈ। ਕਹਾਣੀ 8 ਸਾਲ ਪੁਰਾਣੀ ਹੈ। 8 ਸਾਲ ਬਾਅਦ ਕੀ ਹਾਲ ਹੋਵੇਗਾ ਤੁਸੀਂ ਇਹ ਸੋਚੋ। ਲੇਖ ਕਹਿੰਦਾ ਹੈ ਕਿ ਪੰਜਾਬ 'ਚ ਸਾਲ 2004 ਦੇ ਵਿੱਚ ਸੁਨੀਲ ਭਾਰਤੀ ਐਂਟਰਪ੍ਰਾਈਜ਼ ਨੇ ਰੌਥਚਾਈਲਡ ਗਰੁੱਪ ਨਾਲ 50-50% ਪਾਰਟਨਰਸ਼ਿਪ ਤੇ ਲੁਧਿਆਣਾ ਦੇ ਲਾਡੋਵਾਲ 'ਚ ਫੀਲਡ ਫਾਰਮ ਨਾਂ ਦੀ ਕੰਪਨੀ ਸ਼ੁਰੂ ਕੀਤੀ। ਕੰਪਨੀ ਨੂੰ ਜ਼ਮੀਨ ਕੇਂਦਰ ਸਰਕਾਰ ਨੇ ਲੀਜ਼ ਤੇ ਦਿੱਤੀ। ਸ਼ੁਰੂਆਤ ਦੇ ਵਿੱਚ ਆਈਡੀਆ ਸੀ ਕਿ ਖੁੰਬਾਂ, ਓਕਰਾ, ਥੌਮਸਨ ਸੀਡ, ਬਿਨਾਂ ਬੀ ਵਾਲੇ ਅੰਗੂਰ, ਅੰਬ, ਅਨਾਰ ਅਤੇ ਲੀਚੀ ਯੂਰਪ ਅਤੇ ਵੈਸਟ ਏਸ਼ੀਆ ਦੇ ਵਿੱਚ ਨਿਰਯਾਤ ਕੀਤੇ ਜਾਣਗੇ। ਪਰ ਕੰਪਨੀ ਦਾ ਫੋਕਸ ਬਦਲ ਗਿਆ ਅਤੇ ਕੰਪਨੀ ਨੇ ਸੀਜ਼ਨਲ ਸਬਜ਼ੀਆਂ ਅਤੇ ਕੇਲੇ, ਸੇਬ, ਅੰਗੂਰ ਅਤੇ ਸਿਟਰਸ ਫਰੂਟਾਂ ਨੂੰ ਭਾਰਤੀ ਮਾਰਕੀਟ ਦੇ ਵਿੱਚ ਭੇਜਣ ਤੇ ਜ਼ੋਰ ਦੇ ਦਿੱਤਾ ਅਤੇ ਕੁਝ ਕੁ ਬੇਬੀਕੌਰਨ ਹੀ ਨਿਰਯਾਤ ਕੀਤਾ ਜਾਂਦਾ, ਜਿਸ ਕਰਕੇ ਰੌਥਚਾਈਲਡ ਨੇ ਆਪਣਾ ਹਿੱਸਾ 10% ਤੱਕ ਕਰ ਲਿਆ। ਫਿਰ ਬਾਕੀ 40% ਮਸ਼ਹੂਰ ਫਿਲੀਪਾਈਨ ਕੰਪਨੀ ਡੈਲਮੌਂਟ ਨੇ ਹਿੱਸਾ ਪਾਇਆ।
ਜਿਸ ਤੋਂ ਬਾਅਦ ਕੰਪਨੀ ਦਾ ਫੋਕਸ ਪ੍ਰੋਸੈਸਡ ਫੂਡ ਅਤੇ ਜੂਸਾਂ ਦੇ ਉੱਤੇ ਹੋ ਗਿਆ। ਕੰਪਨੀ ਅੱਜਕੱਲ ਜੂਸਾਂ ਤੋਂ ਇਲਾਵਾ ਬੇਬੀ ਕੌਰਨ ਤੱਕ ਸੀਮਤ ਰਹਿ ਗਈ। ਬਾਕੀ ਸਾਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਲਾਂਭੇ ਕਰ ਦਿੱਤਾ ਗਿਆ। ਹੁਣ ਬੇਬੀ ਕੌਰਨ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਨਹੀਂ ਰਹੀ। ਇਸ ਕਿਸਾਨ ਤੋਂ ਸੁਣੋ ਕਿ ਲੇਬਰ ਤੱਕ ਦਾ ਖਰਚਾ ਬੇਬੀ ਕੌਰਨ ਦੀ ਖੇਤੀ ਪੂਰਾ ਨਹੀਂ ਕਰਦੀ। ਇਹਦੀ ਤੁੜਾਈ ਦਾ ਪ੍ਰੋਸੈਸ ਕੀ ਹੈ ਜੀ? ਇਹ ਦੇਖੋ ਜਿੱਦਾਂ ਕਣਕ ਝੋਨਾ ਆ ਪੱਕ ਗਿਆ, ਆਪਾਂ ਮਸ਼ੀਨ ਲਿਆਂਦੀ ਚਲਾਈ, ਇੱਕ ਦਿਨ 'ਚ ਖਤਮ ਹੋ ਗਿਆ ਕੰਮ ਨਾ। ਇਹ ਜਿਹੜੀ ਖੜੀ ਆ ਬੇਬੀ ਕੌਰਨ, ਇਹਦੀ ਤੜੇ ਇੱਕ ਵਾਰ ਨਹੀਂ ਹੁੰਦੀ। ਪਹਿਲਾਂ ਦੀ ਤੁੜਾਈ ਦੇਖਣਾ ਪੈਂਦਾ ਕਿਹੜਾ ਸਾਈਜ਼ ਤਿਆਰ ਹੋ ਗਿਆ, ਉਹ ਦੇਖ ਕੇ ਤੋੜਨਾ ਪੈਂਦਾ। ਉਹ ਚਾਹੇ ਖੇਤ ਦੇ ਵਿੱਚ 100 ਕਰੇਟ ਨਿਕਲੇ ਚਾਹੇ 20 ਕਰੇਟ ਨਿਕਲਣ। ਅੱਛਾ, ਉਹ ਤੋੜਨਾ ਜਿਹੜਾ ਸਾਈਜ਼ ਮਤਲਬ ਇਹ ਮੰਗਦੇ ਆ ਹਾਂ। ਉਹਦੇ ਅਕੋਰਡਿੰਗਲੀ ਦੇਖ ਲਿਆ ਵੀ ਫਿਰ ਉਹ ਦੁਬਾਰਾ ਕਰਨੀ ਪੈਂਦੀ ਹੈ। ਬਿਲਕੁਲ, ਉਹ ਜਿਹੜੀਆਂ ਲੇਬਰ ਦੀਆਂ ਬੁੜੀਆਂ ਬੀਬੀਆਂ ਲੱਗਦੀਆਂ ਕੋਲ ਖੜ ਕੇ ਤੋੜਨਾ ਪੈਂਦਾ। ਕਈ ਵਾਰ ਗਲਤ ਤੋੜ ਦਿੰਦੀਆਂ, ਉਹਦੇ ਵਿੱਚ ਕਿਸਾਨ ਦਾ ਨੁਕਸਾਨ ਹੋ ਜਾਂਦਾ ਆ। ਫਿਰ ਉਸ ਤੋਂ ਬਾਅਦ ਫਿਰ ਉਹ ਵੇਚਣ ਤੋਂ ਬਾਅਦ ਫਿਰ ਦੂਸਰੀ ਤੜਾਈ ਹੁੰਦੀ ਆ, ਫਿਰ ਤੀਸਰੀ ਤੜਾਈ, ਫਿਰ ਚੌਥੀ ਤੜਾਈ ਵਿੱਚ ਘਟ ਜਾਂਦਾ। ਫਿਰ ਹਾਰ ਕੇ ਜ਼ਿਮੀਂਦਾਰ ਨੂੰ ਕਹਿੰਦਾ ਵੱਢ ਦੇ ਤਾਂ ਇਹੀ ਚੰਗਾ। ਫਿਰ ਇਹ ਵੀ ਇੱਕ ਪ੍ਰੋਬਲਮ ਹੈ। ਇਹਨਾਂ ਦੇ ਔਰ ਫਿਰ ਲੇਬਰ ਦਾ ਖਰਚਾ ਉਹਨਾਂ ਜਾਂ ਤਾਂ ਪਹਿਲੇ ਦਿਨ ਹੋ ਗਈ ਤਾਂ ਸਾਰੀ ਇੱਕ ਵਾਢਿਓ ਲਾਤੀ ਤੇ ਤੋੜਤੀ, 2-3-4 ਦਿਨ ਉਨੀ ਲੇਬਰ ਦਾ ਖਰਚਾ ਵਧੀ ਬਿਲਕੁਲ। ਜੇ ਇਹ ਇੱਕੋ ਹੀ ਤੜਾਈ ਦੇ ਵਿੱਚ ਕੰਮ ਨਿਬੜੇ ਤਾਂ ਲੇਬਰ ਕਾਫੀ ਪਾਈਦੀ। ਇਹ ਲਗਾਤਾਰ ਇਹਦੀ ਹਫ਼ਤੇ ਬਾਅਦ ਫਿਰ ਬਾਰ-ਬਾਰ ਲੇਬਰ ਲੱਗਦੀ। ਉਦੋਂ ਬਾਅਦ ਫਿਰ ਇੱਥੇ ਆ ਕੇ ਖੱਜਲ ਹੁੰਦਾ ਹੋਣਾ ਇੱਥੇ ਵੀ ਆਹ ਸਾਈਜ਼ ਠੀਕ ਹੈ ਨਹੀਂ ਹੈਗਾ। ਇੱਥੇ ਜਿੱਦਾਂ ਕਹਿੰਦੇ ਸਿਰ ਤੇ ਤਲਵਾਰ ਲਟਕਦੀ ਹੁੰਦੀ ਆ, ਉਹ ਇਹਨੂੰ ਖਾਲੀ ਕਰਦੇ ਕਰੇ ਨੂੰ ਢੇਰੀ ਕਰਕੇ ਇਹਦੀ ਛਾਂਟੀ ਕਰਦੇ, ਜਿੱਦਾਂ ਫੈਂਟ ਕੱਢ ਦੁੱਧ ਦੀ, ਇਹਦੀ ਫੈਂਟ ਕੱਢ ਕੇ ਸਾਈਡ ਤੇ ਰੱਖਦੇ ਆ। ਜਿਹੜੇ ਪੀਸ ਵੱਡੇ ਹੋ ਗਏ ਉਹ ਸਾਈਡ ਤੇ, ਦੂਜੇ ਪੀਸ ਸਾਈਡ ਤੇ ਕੱਢ ਕੇ ਫਿਰ ਉਹਦਾ ਰੇਟ ਅਲੱਗ ਲਾ ਕੇ। ਇਹ ਨਹੀਂ ਵੀ ਸਾਰੇ ਦਾ ਇੱਕ ਬਰਾਬਰ ਰੇਟ ਨਹੀਂ ਲੱਗਦਾ ਹੈਗਾ। ਬਹੁਤ ਥੋੜੀ ਫਸਲ ਦਾ ਰੇਟ ਵਧੀਆ ਲੱਗਦਾ, ਬਾਕੀ ਸਾਰੀ ਟਾਈਮਾਂ ਜਿਵੇਂ ਘੱਟ ਤੋਂ ਘੱਟ ਰੇਟ ਵਿੱਚ ਜਾਂਦੀ ਹੈ। ਘੱਟੋ ਰੇਟ ਜਾਂਦੀ ਹੈ। ਔਰ ਉਹ ਇਹ ਵੀ ਦੱਸ ਰਹੇ ਸੀਗੇ ਕਿ ਜੇ 24 ਘੰਟਿਆਂ ਤੁੜਾਈ ਤੋਂ ਬਾਅਦ ਨਹੀਂ ਪਹੁੰਚਦਾ ਤਾਂ ਫਿਰ ਜਾਂ ਉਹਦਾ ਮਾੜਾ ਮੋਟਾ ਰੰਗ ਬਦਲਿਆ ਹੋਵੇ ਤਾਂ ਫਿਰ ਮੋੜ ਵੀ ਦਿੰਦੇ। ਉਹ ਤਾਂ ਬਿਲਕੁਲ ਬੇਕਾਰ ਵਾਪਸ ਕਰ ਦਿੰਦੇ ਜੀ, ਉਹ ਫਿਰ ਲੈਂਦੇ ਨਹੀਂ, ਵਾਪਸ ਜਾਂਦੇ ਆ। ਮਾਰਕੀਟ 'ਚ ਵਿਕਦੀ ਹੈ? ਨਹੀਂ ਜੀ, ਨਹੀਂ ਕਿਤੇ ਨਹੀਂ ਵਿਕਦੀ, ਸਿਰਫ ਪਸ਼ੂਆਂ ਨੂੰ ਪਾਉਣ ਦੇ ਕੰਮ ਆਉਂਦੀ ਹੈ ਜੀ। ਅੱਛਾ, ਉਹ ਕੁਤਰ ਕੇ ਪਸ਼ੂ ਨੂੰ ਪਾ ਕੇ ਕੰਮ ਆਉਂਦੇ। ਕਈ ਵਾਰ ਇੰਨੀ ਜ਼ਿਆਦਾ ਹੁੰਦੀ ਆ, ਆਸ-ਪਾਸ ਆਂਢੀਆਂ ਗੁਆਂਢੀਆਂ ਨੂੰ ਬਣਨੀ ਪੈਂਦੀ ਵੀ ਤੁਸੀਂ ਪਾ ਲਓ, ਖਰਾਬ ਨਾ ਹੋਏ, ਗਲ ਜਾਣੀ ਪਈ ਫਿਰ। ਤਾਂ ਇਹ ਨੁਕਸਾਨ ਹੋ ਜਾਂਦਾ ਤਾਂ ਗਰੰਟੀ ਨਹੀਂ ਹੈ। ਫਿਰ ਉਹੀ ਗੱਲ ਆ ਗਈ, ਕੋਈ ਗਰੰਟੀ ਨਹੀਂ ਹੈਗੀ। ਇਹਦੀ ਸਰਕਾਰ ਵੱਲੋਂ ਕੋਈ ਗਰੰਟੀ ਨਹੀਂ ਵੀ ਤੁਹਾਡਾ ਕੋਈ ਨੁਕਸਾਨ ਹੋਇਆ ਤਾਂ ਤੁਹਾਨੂੰ ਤੁਹਾਡਾ ਇੰਸ਼ੋਰੈਂਸ ਕਰ ਰਹੇ ਆ, ਤੁਹਾਨੂੰ ਇਹਦਾ ਮੁਆਵਜ਼ਾ ਦੇ ਰਹੇ ਆ। ਇੰਸ਼ੋਰੈਂਸ ਨਹੀਂ ਹੈਗਾ। ਨਾ, ਕੰਪਨੀਆਂ ਦਾ ਤਾਂ ਇੰਸ਼ੋਰੈਂਸ ਹੁੰਦੇ ਆ, ਕ੍ਰੌਪ ਇੰਸ਼ੋਰੈਂਸ ਜਿਹੜਾ ਹੈ ਵੈਸੇ ਹੁੰਦਾ, ਪਰ ਕੰਪਨੀਆਂ ਦੇ ਤਾਂ ਹਰ ਚੀਜ਼ ਦੇ ਇੰਸ਼ੋਰੈਂਸ। ਜਿਹੜਾ ਕ੍ਰੌਪ ਇੰਸ਼ੋਰੈਂਸ ਹੈ, ਜੇ ਉਹ ਸਰਲ ਹੋਵੇ, ਈਜ਼ੀ ਹੋਵੇ ਤਾਂ ਸਾਰੇ ਕਿਸਾਨ ਕਰਾਉਣ ਨੂੰ ਤਿਆਰ ਹੈਗੇ ਆ। ਉਹਦੀਆਂ ਫਾਰਮੈਲਿਟੀਆਂ ਇੰਨੀਆਂ ਆ ਕਿ ਕਿਸਾਨ ਉਹ ਨਹੀਂ ਕਰ ਸਕਦਾ, ਉਹਦੇ ਬਰਾਬਰ ਨਹੀਂ ਕਰ ਸਕਦਾ। ਸੋ ਇਹ ਵੀ ਪ੍ਰੋਬਲਮਸ ਨੇ ਔਰ ਸਾਨੂੰ ਇਹ ਪ੍ਰੋਬਲਮਸ ਵੀ ਸਮਝਣੀਆਂ ਪੈਣਗੀਆਂ। ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲਾਡੋਵਾਲ।